ਦਹਿਸ਼ਤ ਫੈਲਾਈ ਜਾ ਰਹੀ ਹੈ ਕਿ ਲੋਕ ਇਕੱਠਾਂ ਦੇ ਵਿੱਚ ਜਾਣਾ, ਲੋਕ ਇਹਨਾਂ ਨੂੰ ਜਿਹੜੇ ਅਸੀਂ ਕਹਿੰਦੇ ਟੂਰਨਾਮੈਂਟ, ਇੱਕ ਸਮਾਂ ਹੁੰਦਾ ਸੀ ਕਿ ਜਦੋਂ ਟੂਰਨਾਮੈਂਟ ਦੇਖਣ ਲੋਕ ਬੜੇ ਸ਼ੌਕ ਨਾਲ ਜਾਂਦੇ ਸੀ, ਬੜਾ ਚਾਅ ਹੁੰਦਾ ਸੀ, ਪਰ ਹੁਣ ਲੋਕਾਂ ਦੇ ਵਿੱਚ ਡਰ ਬੈਠ ਗਿਆ। ਇਸ ਸਥਿਤੀ ਨੂੰ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ ਜਾਂ ਕਿਸ ਤਰੀਕੇ ਦੇ ਨਾਲ ਪਾਇਆ ਜਾ ਸਕਦਾ, ਜਾਂ ਇਸ ਤੇ ਨਾ ਪਾਉਣ ਕਾਰਨ ਹੋਰ ਕਿੰਨੀ ਕੁ ਦਹਿਸ਼ਤ ਫੈਲ ਸਕਦੀ ਹੈ? ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਕੁਝ ਸਮਾਂ ਹੋਰ ਦਿੱਤਾ ਜਾ ਸਕਦਾ ਜੀ। ਬਿਲਕੁਲ ਵਾਜਬ ਗੱਲ ਹੈਗੀ ਹੈ, ਪਰ ਇਹ ਤਾਂ ਸਮਾਂ ਜਿਹੜਾ ਲਾਅ ਐਂਡ ਆਰਡਰ ਦੀ ਗੱਲ ਹੈ, ਇਸ ਤਰ੍ਹਾਂ ਦੀ ਗੱਲ ਹੈ ਜੇ ਕੋਈ ਟ੍ਰੇਨ ਜਾ ਰਹੀ ਹੋਵੇ ਤੇ ਅੱਗੇ ਟ੍ਰੇਨ ਤੇ ਕੁਝ ਲੋਕ ਜਿਹੜਾ ਹੈਗਾ ਰੇਲਵੇ ਲਾਈਨ ਤੇ ਆ ਜਾਣ, ਟਰੈਕ ਤੇ ਆ ਜਾਣ ਤੇ ਉਹਨਾਂ ਨੂੰ ਕਹੋ ਵੀ ਟ੍ਰੇਨ ਨੂੰ ਕੋਈ ਸਮਾਂ ਦਿਓ, ਤਾਂ ਟ੍ਰੇਨ ਨੇ ਤਾਂ ਕੁਚਲ ਦੇਣੇ ਹੈ, ਸਮਾਂ ਨਹੀਂ ਮਿਲਣਾ। ਸੋ ਹਰ ਇੱਕ ਗੱਲ ਦੀ ਤੁਲਨਾ ਇਸ ਗੱਲ ਨਾਲ ਨਹੀਂ ਕੀਤੀ ਜਾ ਸਕਦੀ ਕਿ ਹੋਰ ਸਮਾਂ ਦਿੱਤਾ ਜਾਵੇ ਜਾਂ ਹੋਰ ਮੌਕਾ ਦਿੱਤਾ ਜਾਵੇ। ਜਿਸ ਤਰ੍ਹਾਂ ਦੀ ਅਮਨ ਕਾਨੂੰਨ ਦੀ ਸਥਿਤੀ ਬਣੀ ਹੈ ਪਿਛਲੇ ਦਿਨਾਂ 'ਚ ਆਪਾਂ ਦੇਖਦੇ ਹਾਂ, ਇਹਦੇ 'ਚ ਕੋਈ ਦੋਰ ਨਹੀਂ ਕਿ ਚਿੰਤਾ ਦਾ ਕਾਰਨ ਬਣੀ ਹੋਈ ਹੈ। ਖਿਡਾਰੀਆਂ ਨੂੰ ਕਤਲ ਕਰ ਦੇਣਾ, ਇਹ ਕਿੱਥੋਂ ਦੀ ਗੱਲ ਹੈ, ਜਾਂ ਫਿਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਮੈਡਮ, ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਬਹੁਤ ਮਾੜੀ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਦਾ ਕਿ ਰੋਜ਼ਾਨਾ ਕਬੱਡੀ ਖਿਡਾਰੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ 3 ਖਿਡਾਰੀਆਂ ਦੀ ਮੌਤ ਹੋ ਜਾਣਾ ਜੀ, ਮੇਲਿਆਂ ਦੇ ਵਿੱਚ ਗੋਲੀਆਂ ਚੱਲਣਾ ਜੀ, ਔਰ ਰੋਜ਼ਾਨਾ ਜਿਹੜਾ ਹੈਗਾ ਕਿਤੇ ਨਾ ਕਿਤੇ ਕਤਲ ਹੋਣਾ, ਇਹ ਆਮ ਵਰਤਾਰਾ ਬਣਿਆ ਹੋਇਆ। ਇਸ ਕਰਕੇ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਗਵੰਤ ਮਾਨ ਜੀ ਜਿਹੜੇ ਹੈਗੇ ਖੁਦ ਦੇਖਦੇ ਨੇ, ਗ੍ਰਹਿ ਮੰਤਰਾਲਾ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਜੀ, ਤੇ ਲੇਕਿਨ ਜਿਹੜੀ ਹੈਗੀ ਆ ਇਹ ਨਵੀਂ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜੇ ਨਿਗਾਹ ਮਾਰੀ ਜਾਵੇ ਤਾਂ ਪਿਛਲੇ ਸਮੇਂ ਨਾਲੋਂ ਜਿਹੜਾ ਹੈਗਾ ਕਤਲੋ ਗਾਰਤ ਦੀ ਜਿਹੜੀ ਹੈਗੀ ਆ ਸਥਿਤੀ ਉਹ ਦਿਨ ਨੂੰ ਦਿਨ ਮਾੜੀ ਹੋਈ ਹੈ। ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਡਰ ਤੇ ਸਹਿਮ ਵੀ ਫੈਲਿਆ ਹੋਇਆ। ਮੈਂ ਗੱਲ ਕਰਾਂ ਪਿਛਲੇ ਕੱਲ ਜਾਂ 2 ਦਿਨਾਂ ਦੀ ਗੱਲ ਕਰਾਂ, ਬਠਿੰਡਾ ਡਿਸਟ੍ਰਿਕਟ ਦੇ ਨੇੜੇ ਤੇੜੇ ਜੀ ਜੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੀ ਕੋਠਾ ਗੁਰੂ ਇੱਕ ਖੇਡ ਮੇਲੇ ਦੇ ਵਿੱਚ ਗੋਲੀ ਦਾ ਚੱਲ ਜਾਣਾ, ਤੇ ਨੇੜਲੇ ਪਿੰਡ ਇੱਕ ਗਿੱਲ ਕਲਾਂ ਦੇ ਵਿੱਚ ਇੱਕ ਔਰਤ ਦਾ ਕਤਲ ਹੋ ਜਾਣਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇੱਕ ਮੇਲੇ ਦੇ ਵਿੱਚ ਗੋਲੀ ਚੱਲ ਜਾਣਾ। ਇਹ ਗੱਲਾਂ ਜਿਹੜੀਆਂ ਹੈਗੀਆਂ ਮਤਲਬ ਦੱਸਦੀਆਂ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਲੜਖੜਾਈ ਹੋਈ ਹੈ। ਜੀ ਜੀ ਕਿ ਹੁਣ ਭਗਵੰਤ ਮਾਨ ਦੇ ਕੋਲੇ ਸਾਰਾ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਸਥਿਤੀ ਉਹਦੇ ਕੋਲੇ ਆ। ਉਹ ਇਸ ਵੇਲੇ ਗੁਜਰਾਤ ਦੇ ਦੌਰੇ ਤੇ ਆਪਣੇ ਅਰਵਿੰਦ ਕੇਜਰੀਵਾਲ ਜਿਹੜੇ ਉਹਨਾਂ ਦੇ ਸੁਪਰੀਮੋ ਹੈਗੇ ਆ, ਉੱਥੇ ਇਲੈਕਸ਼ਨ ਦੀ ਗੱਲ ਹੈ, ਦਸੰਬਰ ਦੇ ਵਿੱਚ ਗੁਜਰਾਤ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀਆਂ, ਸ਼ਾਇਦ ਉਹਦੇ ਲਈ ਮਾਹੌਲ ਤਿਆਰ ਕਰ ਰਿਹਾ ਹੈ ਆਮ ਆਦਮੀ ਪਾਰਟੀ। ਚਲੋ ਹਰ ਪੋਲੀਟੀਕਲ ਪਾਰਟੀ ਦਾ ਇੱਕ ਰਾਈਟ ਹੈ, ਹੱਕ ਹੈ, ਉਹ ਜੇ ਭਾਜਪਾ ਵਾਲੇ ਜਾ ਸਕਦੇ ਆ, ਕਾਂਗਰਸ ਵਾਲੇ ਜਾ ਸਕਦੇ ਆ, ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਉਹਨਾਂ ਦਾ ਵੀ ਪੂਰਾ ਅਧਿਕਾਰ ਹੈ। ਪਰ ਜਿਹੜੀ ਸਥਿਤੀ ਬਣੀ ਵੀ ਹੈ ਕਿ ਇੱਕ ਮੁੱਖ ਮੰਤਰੀ ਜੋ ਦੂਜੇ ਸੂਬੇ 'ਚ ਗਿਆ ਤਾਂ ਘੱਟੋ ਘੱਟ ਆਪਣੇ ਸੂਬੇ ਦੀ ਸਥਿਤੀ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਉੱਥੇ ਜਾ ਕੇ ਜਿੱਦਾਂ ਦਾ ਉਹਨਾਂ ਨੇ ਮੈਸੇਜ ਦਿੱਤਾ ਹੈ, ਚਰਖਾ ਕੱਤਣ ਦੀ ਗੱਲ ਕੀਤੀ ਹੈ, ਮਹਾਤਮਾ ਗਾਂਧੀ ਦੀ, ਕਿਉਂਕਿ ਸਟੇਟ ਹੈਗੀ ਹੈ, ਉਹਨਾਂ ਦੀ ਜਨਮ ਭੂਮੀ ਹੈ ਮਹਾਤਮਾ ਗਾਂਧੀ ਦੀ, ਉਹਨਾਂ ਨੇ ਉਸ ਸਥਿਤੀ ਨਾਲ ਜੋੜ ਕੇ ਸ਼ਹੀਦਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਗੱਲ ਕੀਤੀ ਹੈ, ਸ਼ਹੀਦ ਭਗਤ ਸਿੰਘ ਦੀ, ਰਾਜਗੁਰੂ ਸੁਖਦੇਵ ਦੀ, ਲਾਲਾ ਲਾਜਪਤ ਰਾਏ ਦੀ, ਦੂਜੇ ਆਗੂਆਂ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸ਼ਹੀਦਾਂ ਦੀ ਧਰਤੀ ਤੋਂ ਆਇਆ। ਚਲੋ ਇੱਕ ਚੰਗਾ ਮੈਸੇਜ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਪਰ ਸਵਾਲ ਇਹ ਹੈ ਕਿ ਤੁਹਾਡੀ ਆਪਣੀ ਸਟੇਟ ਹੈ ਜਿਹੜੀ ਹੈਗੀ ਹੈ ਸ਼ਹੀਦਾਂ ਦੀ, ਜੇ ਧਰਤੀ ਦੀ ਗੱਲ ਕਰਦੇ ਹਾਂ, ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਤਾਂ ਫੌਰੀ ਤੌਰ 'ਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਲਾਅ ਐਂਡ ਆਰਡਰ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ। ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਲਖਵਿੰਦਰ ਸਿੰਘ ਸੰਮੇ ਵਾਲੀ ਜੀ। ਸੰਮੇ ਵਾਲੀ ਜੀ, ਸਤਿ ਸ਼੍ਰੀ ਅਕਾਲ ਸੰਮੇ ਵਾਲੀ ਸਾਹਿਬ। ਹਾਂਜੀ, ਬੇਨਤੀ ਹੈਗੀ ਜੀ, ਮੰਨ ਲਓ ਉੱਠ ਕੇ ਮੈਂ ਆਪਦੇ ਅੰਦਰ ਹੀ ਯੋਜਨਾ ਬਣਾ ਕੇ ਜੇ ਕੋਈ ਬੰਦਾ ਮਾਰਦੇ ਆ ਤੇ ਸਰਕਾਰ ਉੱਥੇ ਕੀ ਕਰ ਲੈਗੀ ਜੀ? ਠੀਕ ਹੈ, ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ, ਪਰ ਅਜੇ ਤਾਂ ਨਵੇਂ ਉਹ ਆਏ ਨੇ ਜੀ। ਦੂਜੀ ਗੱਲ, ਮਾਨ ਸਾਹਿਬ ਵਾਸਤੇ ਵੀ ਇਹ ਚਾਹੀਦਾ ਵੀ ਵੇਖੋ ਕਿਧਰੇ ਗਾਂਧੀ ਦੀ
ਨੀਤੀਆਂ, ਕਿਧਰੇ ਭਗਤ ਸਿੰਘ ਤੁਸੀਂ ਬਣੇ ਫਿਰਦੇ ਜੀ, ਤੇ ਚਰਖੇ ਕੱਤਣ ਨਾਲ ਸਿਸਟਮ ਨਹੀਂ ਚੱਲਣਾ। ਮਾੜਾ ਮੋਟਾ ਪੰਜਾਬ ਵੱਲ ਵੀ ਧਿਆਨ ਦੇਣਾ ਪੈਣਾ। ਧੰਨਵਾਦ ਜੀ। ਜੇ ਵਾਕਿਆ ਹੀ ਭਗਵੰਤ ਮਾਨ ਇਸੇ ਰਾਹ ਤੇ ਹੀ ਚੱਲਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਇਹਨਾਂ ਨੂੰ ਦੂਜਾ ਨਰਿੰਦਰ ਮੋਦੀ ਕਹਿਣਾ ਸ਼ੁਰੂ ਕਰ ਦੇਣਗੇ। ਨੀਤੂ ਜੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਛੱਡ ਕੇ ਜਾ ਰਹੇ ਹੋ ਇਸ ਸਵਾਲ ਦੇ ਨਾਲ ਹੀ। ਨਰਿੰਦਰ ਮੋਦੀ ਜਿਸ ਤਰੀਕੇ ਨਾਲ ਆਪਣੀ ਕੰਪੇਨ ਚਲਾਉਂਦੇ ਆ, ਵੱਖ-ਵੱਖ ਮੁੱਦਿਆਂ ਤੇ ਦੇਸ਼ ਭਗਤੀ ਦੀ ਗੱਲ ਕਰ ਲਈਏ, ਦੂਜਾ ਜਿੱਦਾਂ ਵੀ ਮਾਡਲ ਉਹ ਪੇਸ਼ ਕਰਦੇ ਆ, ਉਹਦਾ ਨਿਚੋੜ ਇੱਕੋ ਹੀ ਜਾ ਕੇ ਨਿਕਲਦਾ ਵੀ ਉਹਦੇ ਨਾਲੋਂ ਵੱਡਾ ਦੇਸ਼ ਦੇ ਅੰਦਰ ਕੋਈ ਦੇਸ਼ ਭਗਤ ਨਹੀਂ ਹੋ ਸਕਦਾ, ਉਹਦੇ ਨਾਲੋਂ ਵੱਡਾ ਕੋਈ ਹਿੰਦੁਸਤਾਨੀ ਨਹੀਂ ਹੋ ਸਕਦਾ। ਜਿਹਦੇ ਕਿ ਆਪਾਂ ਸਾਰੇ ਜਾਣਦੇ ਹਾਂ, ਅਸੀਂ ਸਾਰੇ ਹੀ ਦੇਸ਼ ਨੂੰ ਨਾ ਪਿਆਰ ਕਰਦੇ ਹਾਂ ਜਿੰਨਾ ਨਰਿੰਦਰ ਮੋਦੀ ਪਿਆਰ ਕਰਦੇ ਆ। ਇਸੇ ਤਰੀਕੇ ਨਾਲ ਭਗਵੰਤ ਮਾਨ ਨੇ ਜਿਹੜੇ ਕਮੈਂਟ ਕੀਤੇ ਕਿ ਮੈਂ ਸ਼ਹੀਦਾਂ ਦੀ ਧਰਤੀ ਤੋਂ ਆਇਆ, ਆਪਾਂ ਸਾਰੇ ਪੰਜਾਬੀ ਆ, ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਸਾਡੇ ਵਡੇਰਿਆਂ ਨੇ ਸ਼ਹਾਦਤਾਂ ਦਿੱਤੀਆਂ, ਕਿਸ ਤਰ੍ਹਾਂ ਆਜ਼ਾਦੀ ਲਈ, ਕਿਸ ਤਰ੍ਹਾਂ ਜਿਹੜੇ ਹੈਗੇ ਆ ਗਲਤ ਰੁਝਾਨ ਸੀ ਉਹਨਾਂ ਦੇ ਖਿਲਾਫ ਲੜਾਈਆਂ ਲੜੀਆਂ, ਕਿਸਾਨੀ ਮੂਵਮੈਂਟਾਂ, ਦੂਜੇ ਅੰਦੋਲਨ। ਪੰਜਾਬ ਤਾਂ ਬਹੁਤ ਵੱਡੀ, ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਨੇ ਨਵਦੀਪ ਕੇ ਪੰਜਾਬ ਜਿਹੜਾ ਹੈਗਾ ਇਹ ਅੰਦੋਲਨਾਂ ਦੀ ਲਹਿਰਾਂ ਦੀ ਧਰਤੀ ਹੈ। ਜਿੰਨੀਆਂ ਲਹਿਰਾਂ ਇੱਥੇ ਜਾਂ ਤਾਂ ਦਰਿਆ ਵਗਦੇ ਹੈ ਜਾਂ ਲਹਿਰ ਵਗਦੀ ਹੈ, ਕਿਸੇ ਨਾ ਕਿਸੇ ਅਰਸੇ ਬਾਅਦ ਜਿਹੜਾ ਹੈਗਾ ਇੱਥੇ ਕੋਈ ਨਵੀਂ ਲਹਿਰ ਉੱਠਦੀ ਹੈ ਔਰ ਬਦਲਾਵ ਦੀ ਗੱਲ ਕਰਦੀ ਹੈ। ਜਿਸ ਬਦਲਾਵ ਦੀ ਨੁਮਾਇੰਦਗੀ ਹੁਣ ਭਗਵੰਤ ਮਾਨ ਹੁਣੀ ਕਰ ਰਹੇ ਹੈ। ਠੀਕ ਹੈ, ਬਾਹਰ ਜਾ ਕੇ ਸੁਨੇਹਾ ਦਿੱਤਾ ਉਹਨਾਂ ਨੇ, ਵੱਖਰੀ ਗੱਲ ਹੈਗੀ ਹੈ, ਪਰ ਜਿਹੜੇ ਰਿਜ਼ਲਟ ਆਪਣੇ ਜਿਸ ਸੂਬੇ ਨੂੰ ਤੁਸੀਂ ਸੰਭਾਲ ਰਹੇ ਹੋ, ਜਿਹੜੀ ਸੱਤਾ ਤੁਹਾਡੇ ਕੋਲ ਆਈ ਹੈ, ਜ਼ਿੰਮੇਵਾਰੀ ਪਹਿਲਾਂ ਉਸ ਤੋਂ ਬਣਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖ ਅਖਬਾਰਾਂ ਦੀਆਂ ਸਰਗਰਮੀਆਂ, ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ ਤੋਂ ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਨੰਬਰ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਤੇ ਦੂਜਾ ਨੰਬਰ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਹੈ ਜਿਹੜਾ ਹੈਗਾ ਜੀ 88 725 88 835। ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੀ ਵੱਡੀ ਖਬਰ ਹੁੰਦੀ ਹੈ ਜਾਂ ਫਿਰ ਕੋਈ ਵਿਚਾਰ ਸਾਂਝਾ ਕਰਨਾ ਹੁੰਦਾ ਹੈ, ਕੋਈ ਕਮੈਂਟ ਕਰਨਾ ਹੁੰਦਾ, ਤਾਂ ਤੁਸੀਂ ਡਾਇਰੈਕਟ ਸਾਡੇ ਨਾਲ ਕਰ ਸਕਦੇ ਹੋ ਕਿਉਂਕਿ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੱਲੀ ਆ ਤਾਂ ਸਟਾਰਟਿੰਗ ਦੇ ਵਿੱਚ ਹੀ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰ ਦੇਵਾਂ ਵੀ ਜਦੋਂ ਵੀ ਤੁਸੀਂ ਫੋਨ ਕਰਨਾ ਹੈ, ਕਿਰਪਾ ਕਰਕੇ 30 ਸੈਕਿੰਡ ਦੇ ਵਿੱਚ ਆਪਣੀ ਗੱਲਬਾਤ ਖਤਮ ਕਰ ਲਈ ਜਾਵੇ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਟੈਲੀਵਿਜ਼ਨ ਨੇ ਉਹਨਾਂ ਦੀ ਆਵਾਜ਼ ਨੂੰ ਘਟਾ ਲਿਆ ਜਾਵੇ। ਜਦੋਂ ਆਪਾਂ ਫੋਨ ਤੇ ਗੱਲਬਾਤ ਕਰਦੇ ਹਾਂ ਤਾਂ ਥੋੜਾ ਜਿਹਾ ਹੈਗਾ ਜਿਹੜਾ ਉਹ ਪ੍ਰੋਗਰਾਮ ਵਧੀਆ ਚੱਲ ਜਾਂਦਾ ਹੈ, ਪਰ ਜਦੋਂ ਅਸੀਂ ਟੈਲੀਵਿਜ਼ਨ ਵੱਲ ਦੇਖ ਕੇ ਗੱਲ ਕਰਦੇ ਹਾਂ ਤਾਂ ਉੱਥੇ ਪ੍ਰੋਗਰਾਮ ਡਿਲੇ ਹੋਣ ਦਾ, ਤਾਂ ਇਸ ਲਈ ਉੱਥੇ ਥੋੜੀ ਜਿਹੀ ਗੜਬੜੀ ਹੋ ਜਾਂਦੀ ਆ, ਤਾਂ ਜਿਸ ਦੇ ਨਾਲ ਬਾਕੀ ਜਿਹੜੇ ਕਾਲਰ ਨੇ ਉਹ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਵਾਰੀ ਨਹੀਂ ਆਉਂਦੀ। ਆਪਾਂ ਹੈਲੋ ਕਰਨ ਦੇ ਵਿੱਚ ਹੀ ਬਹੁਤ ਸਾਰਾ ਟਾਈਮ ਹੈ ਜਿਹੜਾ ਵੇਸਟ ਕਰ ਦਿੰਦੇ ਹਾਂ। ਸੋ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਜਗਤਾਰ ਸਿੰਘ ਸਿੱਧੂ ਜੀ ਦਾ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਵਾਗਤ ਹੈ ਜੀ। ਸਾਡੇ ਸਾਰੇ ਦਰਸ਼ਕ ਜਾਣਦੇ ਨੇ ਕਿ ਸਿੱਧੂ ਸਾਹਿਬ ਬਹੁਤ ਵਧੀਆ ਸ਼ਖਸੀਅਤ ਨੇ ਕਿਉਂਕਿ ਇਹ ਸਭ ਨੂੰ ਸਿੱਟਾ ਭਰਪੂਰ ਜਾਣਕਾਰੀ ਦਿੰਦੇ ਨੇ। ਇਹਨਾਂ ਦੀਆਂ ਗੱਲਾਂ ਦੇ ਵਿੱਚ, ਇਹਨਾਂ ਦੇ ਸਵਾਲਾਂ ਦੇ ਜਵਾਬਾਂ ਦੇ ਵਿੱਚ ਉਹ ਗੱਲ ਹੁੰਦੀ ਹੈ ਕਿ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਾਂ ਵਾਕਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਆਖਿਰਕਾਰ ਸਮਾਜ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਜਾਂ ਫਿਰ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਗੱਲਾਂ ਨੇ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਪੋਤੜੇ ਫਰੋਲਣਾ, ਤਾਂ ਉਹ ਵੀ ਇਹ ਫਰੋਲ ਕੇ ਰੱਖ ਦਿੰਦੇ ਨੇ ਵੀ ਕਿਹੜੇ ਵਿਧਾਇਕ ਦਾ ਪਿਛੋਕੜ ਕੀ ਹੈ ਜਾਂ ਕਿੱਥੇ ਕਿਹੜੀ ਘਟਨਾ ਕਿਸ ਤਰੀਕੇ ਦੇ ਨਾਲ ਵਾਪਰੀ ਸੀ। ਸ਼ਾਇਦ ਇਸ ਲਈ ਸਾਰੇ ਦਰਸ਼ਕ ਨੇ ਜਿਹੜੇ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਨੇ। ਸੋ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਹੀ ਵਿਗੜੀ ਹੋਈ ਹੈ। ਕਿੱਥੇ ਤਾਬੜਤੋੜ ਗੋਲੀਆਂ ਚੱਲ ਜਾਂਦੀਆਂ ਨੇ, ਕਿੱਥੇ ਕੁੱਟਮਾਰ ਹੋ ਜਾਂਦੀ ਹੈ, ਕਿੱਥੇ ਕਤਲ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਤੇ ਉੱਥੇ ਜੇ ਗੱਲ ਕੀਤੀ ਜਾਵੇ ਕਿ FIR ਦਰਜ ਹੁੰਦੀਆਂ ਨੇ, ਅਣਪਛਾਤਿਆਂ ਤੇ ਕੇਸ ਦਰਜ ਕਰ ਦਿੱਤੇ ਜਾਂਦੇ ਨੇ, ਤਾਂ ਕੋਈ ਵੀ ਕਿਸੇ ਨੂੰ ਨਹੀਂ ਲੱਭਦਾ। ਫੁਟੇਜ ਫਰੋਲੀਆਂ ਜਾਂਦੀਆਂ ਨੇ, ਕਈ ਥਾਵਾਂ ਤੇ ਤਾਂ CCTV ਕੈਮਰੇਜ਼ ਵੀ ਨਹੀਂ ਲੱਗੇ ਹੁੰਦੇ, ਤਾਂ ਉੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅਜਿਹੀ ਸਥਿਤੀ ਦੇ ਮੱਦੇ ਸਭ ਨੂੰ ਪਤਾ ਕਿ ਕਾਫੀ ਸਮਾਂ ਪਹਿਲਾਂ ਵੀ ਨਾ ਗੱਲ ਕਰੀਏ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਕਬੱਡੀ ਖਿਡਾਰੀ ਸੰਦੀਪ ਦੀ
ਮੌਤ ਹੋਈ, ਮੌਤ ਨਹੀਂ ਕਹਿ ਸਕਦੇ ਸੀ, ਉਹਨਾਂ ਦਾ ਕਤਲ ਕੀਤਾ ਗਿਆ। ਤੇ ਉਸੇ ਤਰੀਕੇ ਦੇ ਨਾਲ ਹੀ ਹੁਣ ਮੋਗੇ ਦੇ ਵਿੱਚ ਵੀ ਕਬੱਡੀ ਟੂਰਨਾਮੈਂਟ ਦੇ ਦੌਰਾਨ ਇੱਕ ਹੋਰ ਜਿਹੜਾ ਕਬੱਡੀ ਦਾ ਖਿਡਾਰੀ ਸੀਗਾ, ਜਿਹੜਾ ਕਿ ਮੈਚ ਨੂੰ ਵੇਖ ਕੇ ਆਪਣੇ ਘਰ ਜਾ ਰਿਹਾ ਸੀ, ਤਾਂ ਉਸ ਤੇ ਵੀ ਤਾਬੜ ਤੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਤਾਂ ਉੱਥੇ ਵੀ ਇਹੀ ਦੱਸਿਆ ਜਾ ਰਿਹਾ ਕਿ 4 ਹਮਲਾਵਰ ਆਏ ਸੀ ਜਿਨ੍ਹਾਂ ਨੇ ਉਸ ਨੂੰ ਗੋਲੀਆਂ ਮਾਰੀਆਂ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਇਸ ਤਰੀਕੇ ਦੇ ਨਾਲ ਦਹਿਸ਼ਤ ਫੈਲਾਈ ਜਾ ਰਹੀ ਹੈ ਕਿ ਲੋਕ ਇਕੱਠਾਂ ਦੇ ਵਿੱਚ ਜਾਣਾ, ਲੋਕ ਇਹਨਾਂ ਨੂੰ ਜਿਹੜੇ ਅਸੀਂ ਕਹਿੰਦੇ ਟੂਰਨਾਮੈਂਟ, ਇੱਕ ਸਮਾਂ ਹੁੰਦਾ ਸੀ ਕਿ ਜਦੋਂ ਟੂਰਨਾਮੈਂਟ ਦੇਖਣ ਲੋਕ ਬੜੇ ਸ਼ੌਕ ਨਾਲ ਜਾਂਦੇ ਸੀ, ਬੜਾ ਚਾਅ ਹੁੰਦਾ ਸੀ, ਪਰ ਹੁਣ ਲੋਕਾਂ ਦੇ ਵਿੱਚ ਡਰ ਬੈਠ ਗਿਆ। ਇਸ ਸਥਿਤੀ ਨੂੰ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ ਜਾਂ ਕਿਸ ਤਰੀਕੇ ਦੇ ਨਾਲ ਪਾਇਆ ਜਾ ਸਕਦਾ, ਜਾਂ ਇਸ ਤੇ ਨਾ ਪਾਉਣ ਕਾਰਨ ਹੋਰ ਕਿੰਨੀ ਕੁ ਦਹਿਸ਼ਤ ਫੈਲ ਸਕਦੀ ਹੈ, ਇਸ ਬਾਰੇ ਆਪਾਂ ਜਾਣਾਂਗੇ ਸਿੱਧੂ ਸਾਹਿਬ ਤੋਂ। ਸਿੱਧੂ ਸਾਹਿਬ, ਤੁਸੀਂ ਕੀ ਕਹੋ? ਜੀ, ਬੜਾ ਅਹਿਮ ਸਵਾਲ ਹੈ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਦੇਖੋ, ਨਵੀਂ ਸਰਕਾਰ ਆਈ ਹੈ, ਸਾਰਿਆਂ ਨੇ ਵੈਲਕਮ ਕੀਤਾ। ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਕੁਝ ਸਮਾਂ ਹੋਰ ਦਿੱਤਾ ਜਾ ਸਕਦਾ ਹੈ। ਜੀ, ਬਿਲਕੁਲ ਵਾਜਬ ਗੱਲ ਹੈਗੀ ਹੈ, ਪਰ ਇਹ ਤਾਂ ਸਮਾਂ ਜਿਹੜਾ ਲਾਅ ਐਂਡ ਆਰਡਰ ਦੀ ਗੱਲ ਹੈ, ਇਸ ਤਰ੍ਹਾਂ ਦੀ ਗੱਲ ਹੈ, ਜੇ ਕੋਈ ਟ੍ਰੇਨ ਜਾ ਰਹੀ ਹੋਵੇ ਤੇ ਅੱਗੇ ਟ੍ਰੇਨ ਤੇ ਕੁਝ ਲੋਕ ਜਿਹੜਾ ਹੈਗਾ ਰੇਲਵੇ ਲਾਈਨ ਤੇ ਆ ਜਾਣ, ਟਰੈਕ ਤੇ ਆ ਜਾਣ, ਤੇ ਉਹਨਾਂ ਨੂੰ ਕਹੋ ਵੀ ਟ੍ਰੇਨ ਨੂੰ ਕੋਈ ਸਮਾਂ ਦਿਓ, ਤਾਂ ਟ੍ਰੇਨ ਨੇ ਤਾਂ ਕੁਚਲ ਦੇਣੇ ਹੈ, ਸਮਾਂ ਨਹੀਂ ਮਿਲਣਾ। ਸੋ ਹਰ ਇੱਕ ਗੱਲ ਦੀ ਤੁਲਨਾ ਇਸ ਗੱਲ ਨਾਲ ਨਹੀਂ ਕੀਤੀ ਜਾ ਸਕਦੀ ਕਿ ਹੋਰ ਸਮਾਂ ਦਿੱਤਾ ਜਾਵੇ ਜਾਂ ਹੋਰ ਮੌਕਾ ਦਿੱਤਾ ਜਾਵੇ। ਜਿਸ ਤਰ੍ਹਾਂ ਦੀ ਅਮਨ ਕਾਨੂੰਨ ਦੀ ਸਥਿਤੀ ਬਣੀ ਹੈ ਪਿਛਲੇ ਦਿਨਾਂ 'ਚ ਆਪਾਂ ਦੇਖਦੇ ਹਾਂ, ਇਹਦੇ 'ਚ ਕੋਈ ਦੋਰਾ ਨਹੀਂ ਕਿ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਹਦੇ ਕਾਰਨ ਕੀ ਹੈ? ਇਹਦਾ ਕੰਮ ਹੈ ਸਰਕਾਰਾਂ ਦਾ ਲੱਭਣਾ ਕਿ ਕਿਉਂ ਵਾਪਰ ਰਿਹਾ। ਪਰ ਜਿਸ ਤਰ੍ਹਾਂ ਸਮਾਜ ਦੇ ਜਿਸ ਸੰਦੀਪ ਦੀ ਗੱਲ ਕੀਤੀ ਹੈ, ਨਵਦੀਪ ਕੁਝ ਦਿਨ ਪਹਿਲਾਂ ਇੱਦਾਂ ਇੱਕ ਹੋਰ ਟੂਰਨਾਮੈਂਟ ਸੀ ਬਾਘਾ ਪੁਰਾਣਾ ਦੇ ਲਾਗੇ, ਉੱਥੇ ਵੀ ਗੋਲੀਆਂ ਚੱਲੀਆਂ, ਉੱਥੇ ਵੀ 2-3 ਲੋਕ ਫੱਟੜ ਹੋਏ। ਹੁਣ ਕੱਲ੍ਹ ਮੋਗਾ ਦੀ ਗੱਲ ਕਰ ਰਹੇ ਹੋ, ਇੱਕ ਜਿਹੜਾ ਪਿਛਲਾ ਪਿਛੋਕੜ 'ਚ ਗੈਂਗਸਟਰ ਰਿਹਾ ਹੋਵੇ, ਜੋ ਮਰਜ਼ੀ ਹੋਵੇ, ਪਰ ਹੁਣ ਉਹ ਸਮਾਜ ਸੇਵੀ ਬੰਦਾ ਸੀ। ਇਸ ਤਰ੍ਹਾਂ ਹੋਰ ਕਈ ਲੋਕ ਹੈਗੇ ਆ ਜਿਹੜੇ ਇਸ ਵੇਲੇ ਪੋਲੀਟਿਕਸ 'ਚ ਹੈਗੇ ਆ, ਪਹਿਲਾਂ ਕਿਤੇ ਗੈਂਗਸਟਰ ਜਾਂ ਇੱਦਾਂ ਦੇ ਪਿਛੋਕੜ ਵਾਲੇ ਹੋਣਗੇ, ਪਰ ਹੁਣ ਉਹ ਜਿਹੜਾ ਹੈਗਾ ਸਮਾਜ ਸੇਵੀ ਹੈ ਜਾਂ ਪੋਲੀਟਿਕਸ 'ਚ ਹੈਗੇ ਆ। ਤਾਂ ਉਹਦੇ ਬਾਵਜੂਦ ਜਿਹੜਾ ਹੈਗਾ ਜਦੋਂ ਉਹਨਾਂ ਦਾ ਆਦਮੀਆਂ ਦਾ ਕਿਰਦਾਰ ਜਾਂ ਆਪਣਾ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਬਦਲ ਗਿਆ, ਸਮਾਜ ਦੇ ਵਿੱਚ ਆ ਗਏ ਆ, ਕੰਮ ਕਰਦੇ ਆ, ਤਾਂ ਉਹਨਾਂ ਦੇ ਉੱਤੇ ਹਮਲੇ ਹੋਣੇ ਜਾਂ ਕਬੱਡੀ ਖਿਡਾਰੀਆਂ 'ਤੇ ਹਮਲੇ ਹੋਣੇ ਜਾਂ ਇਸ ਤਰ੍ਹਾਂ ਹੋਰ ਵੀ ਕਈ ਘਟਨਾਵਾਂ ਨਦੀਪ ਜਿਹੜੀਆਂ ਸਮਾਜ 'ਚ ਵਾਪਰ ਰਹੀਆਂ, ਉਹ ਬੜੀਆਂ ਮੰਦਭਾਗੀਆਂ ਚਿੰਤਾ ਦਾ ਕਾਰਨ ਵੀ ਬਣਦੀਆਂ। ਪੋਲੀਟੀਕਲ ਤੌਰ 'ਤੇ ਵੀ ਜੇ ਆਪਾਂ ਦੇਖਿਆ ਜਾਵੇ ਤਾਂ ਪੋਲੀਟੀਕਲ ਤੌਰ 'ਤੇ ਵੀ ਕੋਈ ਥਾਵਾਂ 'ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ, ਕੁਝ ਜਦੋਂ ਸਰਕਾਰ ਬਣ ਤੋਂ ਤਬਦੀਲੀ ਤੋਂ ਬਾਅਦ ਹਮਲੇ ਜਿਹੜੇ ਹੈਗੇ ਆ ਹੋ ਰਹੇ ਆ। ਕੋਈ ਥਾਵੇਂ ਇਹੋ ਜਿਹੀਆਂ ਵੀ ਆ ਜਿੱਥੇ ਟਰੱਕ ਯੂਨੀਅਨ ਨੂੰ ਲੈ ਕੇ, ਕਬਜ਼ੇ ਨੂੰ ਲੈ ਕੇ। ਦੇਖੋ, ਜਦੋਂ ਆਪਾਂ ਬਦਲਾਵ ਦੀ ਗੱਲ ਕਰਦੇ ਹਾਂ ਕਿ ਬਦਲਾਵ ਆਇਆ, ਬਦਲਾਵ ਦਾ ਸਾਰਿਆਂ ਵੱਲੋਂ ਵੈਲਕਮ ਕੀਤਾ ਜਾ ਰਿਹਾ, ਮੀਡੀਆ ਵੱਲੋਂ ਵੀ, ਆਮ ਸਮਾਜ ਲੋਕਾਂ ਵੱਲੋਂ ਵੀ। ਈਵਨ ਮੈਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੋਕਾਂ ਨਾਲ ਨਵਦੀਪ ਗੱਲ ਵੀ ਕੀਤੀ ਹੈ, ਉਹ ਵੀ ਬਦਲਾਵ ਨੂੰ ਵੈਲਕਮ ਕਰਦੇ ਆ। ਪਰ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ, ਹੁਣ ਚਾਹੇ ਕਿਤੇ ਟਰੱਕ ਯੂਨੀਅਨ ਤੇ ਪਹਿਲਾਂ ਵੀ ਕਿਹਾ ਜਾਂਦਾ ਸੀ ਕਿ ਇੱਦਾਂ ਕਬਜ਼ੇ ਹੁੰਦੇ ਆ, ਤੇ ਹੁਣ ਜਿਹੜੀ ਆਈ ਧਿਰ ਹੈ ਉਹਦੇ ਤੋਂ ਇਸ ਤਰ੍ਹਾਂ ਦੀ ਆਸ ਕਰਨੀ ਇੱਕ ਬੜੀ ਨਵਦੀਪ ਸਮਾਜ ਤਬਦੀਲੀ ਦੀ ਗੱਲ ਜਦੋਂ ਆਪਾਂ ਗੱਲ ਕਰਦੇ ਹਾਂ, ਜੇ ਕੋਈ ਗੁਰਸਿੱਖ ਬੰਦਾ ਹੈ ਤਾਂ ਉਹਦੇ ਕੋਲੋਂ ਜਿਨ੍ਹਾਂ ਨੇ ਆਪਣਾ ਪੂਰਾ ਸਿੱਖੀ ਸਰੂਪ 'ਚ ਹੁੰਦਾ, ਆਸ ਕੀਤੀ ਜਾਂਦੀ ਹੈ। ਜਿੱਦਾਂ ਸਰਦਾਰਾਂ ਬਾਰੇ, ਸਿੱਖ ਭਾਈਚਾਰੇ ਕਿਹਾ ਜਾਂਦੇ ਟ੍ਰੇਨ 'ਚ ਇੱਕ ਵੀ ਬੈਠਾ ਹੋਏਗਾ ਤਾਂ ਲੋਕ ਸਮਝਦੇ ਕਿ ਅਸੀਂ ਸੁਰੱਖਿਅਤ ਹਾਂ। ਇੱਦਾਂ ਹੀ ਕੋਈ ਦੌਰ ਰਿਹਾ ਜਦੋਂ ਕਮਿਊਨਿਸਟਾਂ ਦਾ ਬੋਲਬਾਲਾ ਸੀ ਤਾਂ ਲੋਕ ਸਮਝਦੇ ਸੀ ਬੜੇ ਅਖਲਾਕ ਵਾਲੇ ਲੋਕ ਹੈ, ਸਹੀ ਢੰਗ ਦੀ ਲੜਾਈ ਲੜਨਗੇ। ਹੁਣ ਜਿਹੜੇ ਲੋਕ ਬਦਲਾਵ ਦਾ ਨਾਅਰਾ ਦੇ ਕੇ ਆਏ ਹੈ, ਜੇ ਉਹੀ ਲੋਕ ਜਿਹੜਾ ਹੈਗਾ ਕਿਸੇ ਚਾਹੇ ਇੱਕ ਜਗ੍ਹਾ 'ਤੇ ਕਰਨ, ਟਰੱਕ ਯੂਨੀਅਨ 'ਤੇ ਕਬਜ਼ੇ ਕਰਨਗੇ ਜਾਂ ਕਤਲਾਂ ਦੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰਨਗੀਆਂ, ਤਾਂ ਸਵਾਲ ਤਾਂ ਉੱਠਣਗੇ ਹੀ ਉੱਠਣਗੇ। ਇਸ ਮੁੱਦੇ 'ਤੇ ਜਿਹੜਾ ਹੈਗਾ ਹੋਰ ਚਿੰਤਾ ਦੀ ਵਜ੍ਹਾ ਇੱਕ ਇਹ ਵੀ ਬਣਦੀ ਹੈ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੇ ਅਧਿਕਾਰ ਹੇਠ ਹੈ, ਭਗਵੰਤ ਮਾਨ ਦੇ ਅਧਿਕਾਰ ਹੇਠ ਹੈ। ਇਸ ਕਰਕੇ ਮੁੱਖ ਮੰਤਰੀ ਦੀ ਹੋਰ ਵੀ ਵਧੇਰੇ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜੀ ਜੀ ਜੀ, ਬਿਲਕੁਲ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜਿਹੜੇ ਕਾਲਰ ਨੇ ਉਹ ਵੀ ਜੁੜ ਕੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਮੈਮ, ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਨੁਪਿੰਦਰ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਡੀ? ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਅੱਜ ਆਪਾਂ ਜਿਹੜੀ ਗੱਲਬਾਤ ਹੈ ਜੀ ਉਹ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਨਾ। ਇਸ ਨੂੰ ਲੈ ਕੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਾਲਾਤ ਦਿਨ ਬ ਦਿਨ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਨਵੀਂ ਸਰਕਾਰ ਬਣੀ ਹੈ ਪਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਭਾਵੇਂ ਕਿ ਸਰਕਾਰ ਨਵੀਂ ਬਣੀ ਹੈ ਪਰ ਅਸੀਂ ਇਸ ਚੀਜ਼ ਨੂੰ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਲਗਾਤਾਰ 1 ਮਹੀਨੇ ਦੇ ਅੰਦਰ 3 ਖਿਡਾਰੀਆਂ ਨੂੰ ਕਤਲ ਕਰ ਦੇਣਾ, ਇਹ ਕਿੱਥੋਂ ਦੀ ਗੱਲ ਹੈ ਜਾਂ ਫਿਰ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਮੈਡਮ, ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ
ਬਹੁਤ ਮਾੜੀ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਦਾ ਕਿ ਰੋਜ਼ਾਨਾ ਕਬੱਡੀ ਖਿਡਾਰੀਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ 3 ਖਿਡਾਰੀਆਂ ਦੀ ਮੌਤ ਹੋ ਜਾਣਾ ਜੀ, ਮੇਲਿਆਂ ਦੇ ਵਿੱਚ ਗੋਲੀਆਂ ਚੱਲਣਾ ਜੀ, ਔਰ ਰੋਜ਼ਾਨਾ ਜਿਹੜਾ ਹੈਗਾ ਕਿਤੇ ਨਾ ਕਿਤੇ ਕਤਲ ਹੋਣਾ, ਇਹ ਆਮ ਵਰਤਾਰਾ ਬਣਿਆ ਹੋਇਆ। ਇਸ ਕਰਕੇ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਭਗਵੰਤ ਮਾਨ ਜੀ ਜਿਹੜੇ ਹੈਗੇ ਖੁਦ ਦੇਖਦੇ ਨੇ, ਗ੍ਰਹਿ ਮੰਤਰਾਲਾ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਜੀ, ਤੇ ਲੇਕਿਨ ਜਿਹੜੀ ਹੈਗੀ ਆ ਇਹ ਨਵੀਂ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜੇ ਨਿਗਾਹ ਮਾਰੀ ਜਾਵੇ ਤਾਂ ਪਿਛਲੇ ਸਮੇਂ ਨਾਲੋਂ ਜਿਹੜਾ ਹੈਗਾ ਕਤਲੋ ਗਾਰਤ ਦੀ ਜਿਹੜੀ ਹੈਗੀ ਆ ਸਥਿਤੀ ਉਹ ਦਿਨ ਨੂੰ ਦਿਨ ਮਾੜੀ ਹੋਈ ਹੈ। ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਡਰ ਤੇ ਸਹਿਮ ਵੀ ਫੈਲਿਆ ਹੋਇਆ। ਮੈਂ ਗੱਲ ਕਰਾਂ ਪਿਛਲੇ ਕੱਲ ਜਾਂ 2 ਦਿਨਾਂ ਦੀ ਗੱਲ ਕਰਾਂ, ਬਠਿੰਡਾ ਡਿਸਟ੍ਰਿਕਟ ਦੇ ਨੇੜੇ ਤੇੜੇ ਜੀ, ਜੀ, ਬਠਿੰਡਾ ਡਿਸਟ੍ਰਿਕਟ ਦੇ ਵਿੱਚ ਹੀ ਕੋਠਾ ਗੁਰੂ ਇੱਕ ਖੇਡ ਮੇਲੇ ਦੇ ਵਿੱਚ ਗੋਲੀ ਦਾ ਚੱਲ ਜਾਣਾ, ਤੇ ਨੇੜਲੇ ਪਿੰਡ ਇੱਕ ਗਿੱਲ ਕਲਾਂ ਦੇ ਵਿੱਚ ਇੱਕ ਔਰਤ ਦਾ ਕਤਲ ਹੋ ਜਾਣਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਇੱਕ ਮੇਲੇ ਦੇ ਵਿੱਚ ਗੋਲੀ ਚੱਲ ਜਾਣਾ। ਇਹ ਗੱਲਾਂ ਜਿਹੜੀਆਂ ਹੈਗੀਆਂ ਮਤਲਬ ਦੱਸਦੀਆਂ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਲੜਖੜਾਈ ਹੋਈ ਹੈ। ਜੀ, ਜੀ, ਤੇ ਇਹਨੂੰ ਜਿਹੜੀ ਹੈਗੀ ਹੈ ਕਾਬੂ ਚ ਕਰਨ ਦੀ ਬੇਹੱਦ ਲੋੜ ਹੈ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਗੁਜਰਾਤ ਦੇ ਵਿੱਚ ਜਾ ਕੇ ਤਾਂ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਚਰਖਾ ਵਗੈਰਾ ਕੱਤੀ ਜਾਂਦੇ ਨੇ ਤੇ ਉਹਨਾਂ ਨੂੰ ਜਿਹੜੇ ਆਪ ਦੀ ਦਾਣੀ ਉਲਝੀ ਹੋਈ ਹੈ ਪੰਜਾਬ ਦੀ, ਉਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜੀ, ਜੀ, ਸਿੱਧ ਸਾਹਿਬ ਤੁਸੀਂ ਕੁਝ ਪੁੱਛਣਾ ਚਾਹੁੰਦੇ? ਨਿਧੀ, ਬਹੁਤ ਅਹਿਮ ਕਮੈਂਟ ਇਹਨਾਂ ਨੇ ਕੀਤਾ ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਦੇਖੋ ਹੁਣ ਹੇਠਲੀ ਪੱਧਰ ਤੇ ਕਿਸ ਤਰ੍ਹਾਂ ਇਹ ਚਰਚਾ ਬਣੀ ਵੀ ਹੈ ਕਿ ਕਹਿੰਦੇ ਜਿਹੜੇ ਹੈਗੇ ਖਿਡਾਰੀਆਂ ਦੇ ਕਤਲ ਹੋ ਰਹੇ ਆ, ਔਰਤ ਦਾ ਕਤਲ ਹੋਣਾ, ਇੱਦਾਂ ਹੀ ਸਮਾਜ ਸੇਵੀ ਦਾ ਕਤਲ ਹੋਣਾ, ਉਹ ਇੱਕ ਦਹਿਸ਼ਤ ਦਾ ਜਾਂ ਇਸ ਤਰ੍ਹਾਂ ਦਾ ਚਿੰਤਾ ਦਾ ਮਾਹੌਲ ਜਿਹੜਾ ਹੈਗਾ ਪੈਦਾ ਕਰ ਰਿਹਾ। ਠੀਕ ਹੈ, ਸਰਕਾਰਾਂ ਦੀਆਂ ਦਾਅਵੇਦਾਰੀਆਂ ਹੁੰਦੀਆਂ, ਇਹ ਵੀ ਕਹਿ ਸਕਦੇ ਜਿੱਦਾਂ ਤੁਸੀਂ ਸ਼ੁਰੂ 'ਚ ਕਮੈਂਟ ਕੀਤੇ ਸੀ ਜੀ FIR ਦਰਜ ਹੋ ਗਈ ਹੈ। ਹੁਣ ਕੱਲ੍ਹ ਮੈਂ ਸੁਣ ਰਿਹਾ ਸੀਗਾ ਇੱਦਾਂ ਹੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੀ ਵਾਰਦਾਤ ਵਾਪਰੀ ਤਾਂ ਉੱਥੇ ਕਾਂਗਰਸ ਦੇ ਜਿਹੜੇ ਪਹਿਲੇ ਪ੍ਰਧਾਨ ਰਹੇ ਨਵਜੋਤ ਸਿੱਧੂ, ਉਹ ਵੀ ਆਪਣੇ ਹਮਾਇਤੀਆਂ ਨਾਲ ਗਏ ਸੀ। ਮੈਂ ਦੇਖ ਰਿਹਾ ਸੀ ਕਿ ਪੁਲਿਸ ਨਾਲ ਇੱਕ ਵੀਡੀਓ 'ਚ ਗੱਲਬਾਤ ਕਰ ਰਹੇ ਆ। ਉਹ ਪੁਲਿਸ ਵਾਲਾ ਕਹਿੰਦਾ ਜੀ FIR ਦਰਜ ਹੋ ਗਈ ਹੈ ਜੀ। ਫਿਰ ਇਹ ਕਿਹਾ ਜਾ ਰਿਹਾ ਕਿ ਜਿਨ੍ਹਾਂ ਦੀਆਂ ਲੜਾਈਆਂ ਝਗੜੀਆਂ ਹੋਏ ਆ ਉਹਨਾਂ ਤੇ ਪਹਿਲਾਂ ਵੀ FIR ਦਰਜ ਹੈ। ਹੁਣ ਜਸਟੀਫਿਕੇਸ਼ਨ ਤਾਂ ਇਸ ਤਰ੍ਹਾਂ ਦੀ ਬਹੁਤ ਸਾਰੀ ਹੋ ਸਕਦੀ ਹੈ ਕਿ ਕਿਸੇ ਤੇ ਕੇਸ ਦਰਜ ਪਹਿਲਾਂ ਦਾ ਹੈ, ਪਹਿਲਾਂ ਦਾ ਨਹੀਂ ਹੈ। ਕੀ ਸਵਾਲ ਇਹ ਪੈਦਾ ਹੁੰਦਾ ਕਿ ਇਹਦੇ ਨਾਲ ਫਿਰ ਇਹ ਕਿਸੇ ਨੂੰ ਰਾਈਟ ਮਿਲ ਜਾਂਦਾ ਜੇ ਕਿਸੇ ਤੇ FIR ਦਰਜ ਪਹਿਲਾਂ ਦੀ ਹੋਈ ਹੈ ਜਾਂ ਕੇਸ ਬਣਿਆ ਉਹਦਾ ਮਰਡਰ ਕਰ ਦਿੱਤਾ ਜਾਵੇ, ਉਹਨਾਂ ਦੇ ਕਤਲ ਕਰ ਦਿੱਤੇ ਜਾਣ। ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਜਿਹੜੀ ਹੈਗੀ ਆ ਬਹੁਤ ਵੱਡੀ ਪੱਧਰ ਤੇ ਜਿੱਥੇ ਚਿੰਤਾ ਦੀ ਗੱਲ ਹੈ, ਜਿੱਦਾਂ ਨਵਦੀਪ ਮੈਂ ਜਿੱਥੇ ਆਪਾਂ ਕਮੈਂਟ ਪਹਿਲਾਂ ਛੱਡ ਕੇ ਗਏ ਸੀਗੇ ਕਿ ਹੁਣ ਭਗਵੰਤ ਮਾਨ ਦੇ ਕੋਲੇ ਸਾਰਾ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਸਥਿਤੀ ਉਹਦੇ ਕੋਲੇ ਆ। ਉਹ ਇਸ ਵੇਲੇ ਗੁਜਰਾਤ ਦੇ ਦੌਰੇ ਤੇ ਆਪਣੇ ਅਰਵਿੰਦ ਕੇਜਰੀਵਾਲ ਜਿਹੜੇ ਉਹਨਾਂ ਦੇ ਸੁਪਰੀਮੋ ਹੈਗੇ ਆ, ਉੱਥੇ ਇਲੈਕਸ਼ਨ ਦੀ ਗੱਲ ਹੈ। ਦਸੰਬਰ ਦੇ ਵਿੱਚ ਗੁਜਰਾਤ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀਆਂ, ਸ਼ਾਇਦ ਉਹਦੇ ਲਈ ਮਾਹੌਲ ਤਿਆਰ ਕਰ ਰਿਹਾ ਹੈ ਆਮ ਆਦਮੀ ਪਾਰਟੀ। ਚਲੋ ਹਰ ਪੋਲੀਟੀਕਲ ਪਾਰਟੀ ਦਾ ਇੱਕ ਰਾਈਟ ਆ, ਹੱਕ ਹੈ, ਉਹ ਜੇ ਭਾਜਪਾ ਵਾਲੇ ਜਾ ਸਕਦੇ ਆ, ਕਾਂਗਰਸ ਵਾਲੇ ਜਾ ਸਕਦੇ ਆ, ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਉਹਨਾਂ ਦਾ ਵੀ ਪੂਰਾ ਅਧਿਕਾਰ ਹੈ। ਪਰ ਜਿਹੜੀ ਸਥਿਤੀ ਬਣੀ ਵੀ ਹੈ ਕਿ ਇੱਕ ਮੁੱਖ ਮੰਤਰੀ ਜੋ ਦੂਜੇ ਸੂਬੇ 'ਚ ਗਿਆ ਤਾਂ ਘੱਟੋ ਘੱਟ ਆਪਣੇ ਸੂਬੇ ਦੀ ਸਥਿਤੀ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਉੱਥੇ ਜਾ ਕੇ ਜਿੱਦਾਂ ਦਾ ਉਹਨਾਂ ਨੇ ਮੈਸੇਜ ਦਿੱਤਾ ਹੈ, ਚਰਖਾ ਕੱਤਣ ਦੀ ਗੱਲ ਕੀਤੀ ਹੈ, ਮਹਾਤਮਾ ਗਾਂਧੀ ਦੀ ਕਿਉਂਕਿ ਸਟੇਟ ਹੈਗੀ ਹੈ, ਉਹਨਾਂ ਦੀ ਜਨਮ ਭੂਮੀ ਹੈ ਮਹਾਤਮਾ ਗਾਂਧੀ ਦੀ, ਉਹਨਾਂ ਨੇ ਉਸ ਸਥਿਤੀ ਨਾਲ ਜੋੜ ਕੇ ਸ਼ਹੀਦਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਗੱਲ ਕੀਤੀ ਹੈ, ਸ਼ਹੀਦ ਭਗਤ ਸਿੰਘ ਦੀ, ਰਾਜਗੁਰੂ ਸੁਖਦੇਵ ਦੀ, ਲਾਲਾ ਲਾਜਪਤ ਰਾਏ ਦੀ, ਦੂਜੇ ਆਗੂਆਂ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸ਼ਹੀਦਾਂ ਦੀ ਧਰਤੀ ਤੋਂ ਆਇਆ। ਚਲੋ ਇੱਕ ਚੰਗਾ ਮੈਸੇਜ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ, ਪਰ ਸਵਾਲ ਇਹ ਹੈ ਕਿ ਤੁਹਾਡੀ ਆਪਣੀ ਸਟੇਟ ਹੈ ਜਿਹੜੀ ਹੈਗੀ ਹੈ ਸ਼ਹੀਦਾਂ ਦੀ ਜੇ ਧਰਤੀ ਦੀ ਗੱਲ ਕਰਦੇ ਹਾਂ, ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਤਾਂ ਫੌਰੀ ਤੌਰ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਲਾਅ ਐਂਡ ਆਰਡਰ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਔਰ ਸਥਿਤੀ ਨੂੰ ਕਾਬੂ ਹੇਠ ਲਿਆਉਣ ਦੀ ਜ਼ਰੂਰਤ ਹੈ। ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਸ਼ਹੀਦਾਂ ਦੀ ਧਰਤੀ ਤੋਂ ਆਇਆ ਹਾਂ, ਤਾਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ, ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਉਹ ਚਰਖਾ ਕਰਦੇ ਹੋਏ ਨਜ਼ਰ ਆ ਰਹੇ ਨੇ, ਕਿਸ ਤਰੀਕੇ ਦੇ ਨਾਲ ਉਹ ਮਹਾਤਮਾ ਗਾਂਧੀ ਤੇ ਫੁੱਲ ਚੜਾਉਂਦੇ ਹੋਏ ਨਜ਼ਰ ਆ ਰਹੇ ਨੇ ਅਜਿਹੀਆਂ। ਤਾਂ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਬੜੀ ਦਿਲਚਸਪ ਗੱਲ ਹੈ ਜਿਹੜੀ ਉਹ ਵੇਖਣ ਨੂੰ ਮਿਲੀ। ਲੋਕ ਕਹਿ ਰਹੇ ਨੇ ਕਿ ਆਪਣਾ ਅਹੁਦਾ ਸੰਭਾਲਦਿਆਂ ਹੀ ਇਹਨਾਂ ਨੇ ਆਪਣੇ ਆਫਿਸ ਦੇ ਵਿੱਚੋਂ ਮਹਾਤਮਾ ਗਾਂਧੀ ਦੀ ਜਿਹੜੀ ਫੋਟੋ ਹੈ
ਹੈ ਉਹ ਹਟਾ ਦਿੱਤੀ। ਤਾਂ ਹੁਣ ਗੁਜਰਾਤ ਦੇ ਵਿੱਚ ਜਾ ਕੇ ਉਹ ਉਹਨਾਂ ਤੇ ਫੁੱਲ ਚੜਾ ਰਹੇ ਨੇ, ਉਹ ਉਹਨਾਂ ਦੀ ਵਾਹਵਾ ਕਰ ਰਹੇ ਨੇ। ਤਾਂ ਇੱਥੇ ਕਹਿੰਦੇ ਸੀ ਕਿ ਨਹੀਂ ਜੀ, ਕਿ ਅਜਿਹੀਆਂ ਫੋਟੋਆਂ ਨੇ ਜਿਹੜੀਆਂ ਅਸੀਂ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਰੱਖਾਂਗੇ। ਤਾਂ ਹੁਣ ਰਾਜਨੀਤੀ ਨੂੰ ਦੇਖਦੇ ਹਾਂ ਹਨਾ, ਕਿ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਵਾਕਿਆ ਹੀ ਜਿਸ ਤਰੀਕੇ ਨਾਲ ਪਹਿਲਾਂ ਕਿਹਾ ਜਾਂਦਾ ਸੀ ਕਿ ਭਗਵੰਤ ਮਾਨ ਵੀ ਨੇ ਜਿਹੜੇ ਉਹ ਦੋਗਲਾ ਚਿਹਰਾ ਰੱਖਦੇ ਨੇ, ਤਾਂ ਇਹਨਾਂ ਚੀਜ਼ ਨੂੰ ਲੈ ਕੇ ਬੜੀ ਗੱਲ ਬਣੀ ਹੋਈ ਹੈ ਕਿ ਵਾਕਿਆ ਹੀ ਉਹਨਾਂ ਨੇ ਹੁਣ ਦੋਗਲੀ ਰਣਨੀਤੀ ਹੈ ਜਿਹੜੀ ਅਪਣਾਉਣੀ ਸ਼ੁਰੂ ਕਰ ਹੀ ਦਿੱਤੀ ਹੈ। ਇਹ ਬਹੁਤ ਹੀ ਜਲਦੀ ਸਾਹਮਣੇ ਆ ਗਿਆ, 15-20 ਦਿਨਾਂ ਦੇ ਵਿੱਚ ਹੀ ਸਭ ਕੁਝ ਜਿਹੜਾ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ। ਬਿਲਕੁਲ ਨਵਦੀਪ, ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕਰਦੇ ਹਾਂ, ਮੈਂ ਦਰਸ਼ਕਾਂ ਦੇ ਨਾਲ ਵੀ ਇਹ ਸਥਿਤੀ ਜਿਹੜੀ ਸਿਚੁਏਸ਼ਨ ਸਾਹਮਣੇ ਜਿਸ ਤਰੀਕੇ ਨਾਲ ਬਣੀ ਵੀ ਹੈ ਆਪਾਂ ਉਹਦੇ ਤੇ ਜ਼ਿਕਰ ਕਰ ਰਹੇ ਹਾਂ, ਇਹ ਤਾਂ ਹੈ ਹੀ ਆ ਗੱਲ ਕਿ ਸੋਸ਼ਲ ਮੀਡੀਆ ਜਾਂ ਆਮ ਲੋਕਾਂ 'ਚ ਪੋਲੀਟੀਕਲ ਲੋਕਾਂ 'ਚ ਇਸ ਮੁੱਦੇ ਤੇ ਚਰਚਾ ਹੋਣੀ ਸੁਭਾਵਿਕ ਹੈਗੀ ਹੈ। ਕਿਉਂਕਿ ਉਹਦਾ ਸੰਭਾਲਦਾ ਹੀ ਜਿਹੜਾ ਹੈਗਾ, ਜਿੱਦਾਂ ਤੁਸੀਂ ਕਹਿ ਰਹੇ ਹੋ ਗੁਜਰਾਤ ਦੇ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਪੋਲੀਟੀਕਲ ਕੰਪੇਨ। ਦੇਖੋ ਤੁਸੀਂ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਆ, ਜਿੱਦਾਂ ਮੈਂ ਸ਼ੁਰੂ 'ਚ ਵੀ ਕਿਹਾ ਕਿ ਪੂਰਾ ਕਿਸੇ ਪਾਰਟੀ ਨੂੰ ਅਧਿਕਾਰ ਹੈ, ਪਰ ਕਿਉਂਕਿ ਨਵੀਂ ਸਟੇਟ ਜਿੱਤ ਕੇ ਗਏ ਇਸ ਕਰਕੇ ਜਿਹੜਾ ਹੈਗਾ ਭਗਵੰਤ ਮਾਨ ਨੂੰ ਨਾਲ ਲੈ ਕੇ ਗੁਜਰਾਤ ਦੇ 'ਚ ਘੁੰਮ ਰਹੇ ਆ ਕਿ ਇਸ ਤਰ੍ਹਾਂ ਦੀ ਅਸੀਂ ਤਬਦੀਲੀ ਲਿਆਂਦੀ ਹੈ। ਗੁਜਰਾਤ 'ਚ ਵੀ ਸ਼ਾਇਦ ਉੱਦਾਂ ਜਿੱਦਾਂ ਤੁਸੀਂ ਕਿਹਾ ਵੀ ਹੈ ਕਿ ਇੱਕ ਮੌਕਾ ਗੁਜਰਾਤ ਦੇ 'ਚ ਬਿਲਕੁਲ ਸੇਮ ਪੈਟਰਨ ਜਿੱਦਾਂ ਪੰਜਾਬ 'ਚ ਉਹਨਾਂ ਨੇ ਕਿ ਇੱਕ ਮੌਕਾ ਹੋਰ ਦਿਓ, ਤੇ ਇੱਦਾਂ ਹੀ ਜਿਹੜਾ ਗੁਜਰਾਤ ਦੇ ਜਾ ਕੇ ਵੀ ਕਹਿ ਰਿਹਾ ਕਿ ਵੀ ਸਾਨੂੰ ਇੱਕ ਮੌਕਾ ਮਿਲਣਾ ਚਾਹੀਦਾ। ਮੌਕਾ ਤਾਂ ਜ਼ਰੂਰ ਮਿਲੇ, ਪਰ ਜਿੱਦਾਂ ਦੀ ਸਥਿਤੀ ਕਿਸੇ ਨੂੰ ਚਰਖਾ ਕੱਤਣ ਤੇ ਵੀ ਇਤਰਾਜ਼ ਨਹੀਂ ਹੋ ਸਕਦਾ। ਮਹਾਤਮਾ ਗਾਂਧੀ ਦਾ ਸਿੰਬਲ ਹੈ, ਮਹਾਤਮਾ ਗਾਂਧੀ ਅਮਨ ਸ਼ਾਂਤੀ ਦਾ ਸਿੰਬਲ ਹੈਗੇ ਆ, ਪਰ ਉਹਦੇ ਨਾਲ ਜਿਹੜੀ ਤੁਹਾਡੀ ਆਪਣੀ ਸਟੇਟ ਹੈ, ਜਦੋਂ ਉਹਦੇ 'ਚ ਇੱਦਾਂ ਦੀ ਸਥਿਤੀ ਬਣੇਗੀ, ਇੱਕ ਗੱਲ। ਦੂਜੀ ਗੱਲ ਇਹ ਵੀ ਹੈ ਵੀ ਜਿਸ ਤਰ੍ਹਾਂ ਭਗਵੰਤ ਮਾਨ ਇਨਕਲਾਬ ਜਿੰਦਾਬਾਦ ਦੀ ਗੱਲ ਕਰਦੇ ਹੈ, ਸ਼ਹੀਦ ਆਜ਼ਮ ਭਗਤ ਸਿੰਘ ਦਾ ਜ਼ਿਕਰ ਕਰਦੇ ਆ, ਉਹਨਾਂ ਦੀਆਂ ਤਸਵੀਰਾਂ ਲਗਾਈਆਂ, ਜਿਹੜਾ ਸਤਿਕਾਰ ਕਰਦੇ ਆ, ਜਾ ਕੇ ਖਟਕੜ ਕਲਾਂ ਵੀ ਜਾ ਕੇ ਆਏ ਆ। ਮਹਾਤਮਾ ਗਾਂਧੀ ਤੇ ਜਿਹੜੇ ਹੈਗੇ ਆ ਸ਼ਹੀਦ ਭਗਤ ਸਿੰਘ ਦੇ ਵਿਚਾਰਧਾਰਕ ਤੌਰ ਤੇ ਕਈ ਮੁੱਦਿਆਂ ਤੇ ਬੜੇ ਤਿੱਖੇ ਮਤਭੇਦ ਸੀਗੇ। ਉਹ ਵੀ ਕਿਤੇ ਕੰਟਰਡਿਕਸ਼ਨ ਜਿਹੜੀ ਜਦੋਂ ਆਪਾਂ ਤੁਸੀਂ ਤਸਵੀਰਾਂ ਦੀ ਗੱਲ ਕਰਦੇ ਆ, ਉਹ ਵੀ ਸਵਾਲ ਉੱਠਦੇ ਆ ਕਿ ਤੁਸੀਂ ਕਿਸ ਵਿਚਾਰਧਾਰਾ ਦੀ ਨੁਮਾਇੰਦਗੀ ਕਰਦੇ ਹੋ। ਸ਼ਹੀਦ ਭਗਤ ਸਿੰਘ ਜਿਸ ਤਰ੍ਹਾਂ ਦਾ ਬਦਲਾਵ ਚਾਹੁੰਦੇ ਸੀਗੇ, ਉਸ ਤਰ੍ਹਾਂ ਦੀ ਤਬਦੀਲੀ ਦੀ ਗੱਲ ਕਰਦੇ ਹੋ, ਜਾਂ ਜਿਹਦੀ ਅਗਵਾਈ ਜਿਹੜੀ ਹੈਗੀ ਹੈ ਕਰ ਰਹੇ ਸੀਗੇ ਮਹਾਤਮਾ ਗਾਂਧੀ ਜਿਸ ਵਿਚਾਰਧਾਰਾ ਦੀ, ਤੁਸੀਂ ਉਸ ਦੀ ਗੱਲ ਕਰਦੇ ਹੋ। ਕਿਉਂਕਿ ਇੱਕ ਸਾਡੇ ਨੇਤਾ ਹੈਗੇ ਆ, ਦੇਸ਼ ਲਈ ਲੜਾਈ ਲੜੀ, ਉਹਨਾਂ ਦੇ ਜਾ ਕੇ ਜਿਹੜੇ ਹਾਰ ਪਾਉਣੇ ਜਾਂ ਉਹਨਾਂ ਨੂੰ ਨਤਮਸਤਕ ਹੋਣਾ ਵੱਖਰੀ ਗੱਲ ਹੈ, ਪਰ ਤੁਸੀਂ ਕਿਸ ਵਿਚਾਰਧਾਰਾ ਨੂੰ ਦੇਸ਼ ਦੇ ਅੰਦਰ ਕਿਹੋ ਜਿਹੀ ਵਿਚਾਰਧਾਰਾ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਜੇ ਸੂਬੇ 'ਚ ਜਾਂਦੇ ਹੋ, ਜਿੱਦਾਂ ਅਕਸਰ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਜਿਹੜੇ ਸਾਡੇ ਆਗੂ ਹੈਗੇ, ਨੇਤਾ ਹੈਗੇ ਆ, ਉਹ ਬੁੱਤਾਂ ਦੇ ਉੱਤੇ ਹਾਰ ਪਾ ਕੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਇਹ ਫਿਲਾਸਫੀ ਤੁਸੀਂ ਬੁੱਤਾਂ ਤੱਕ ਹੀ ਸੀਮਿਤ ਰੱਖਣੀ ਚਾਹੁੰਦੇ ਹੋ, ਹਾਰ ਪਾਉਣ ਤੱਕ ਹੀ ਸੀਮਿਤ ਰੱਖਣੀ ਚਾਹੁੰਦੇ ਹੋ, ਜਾਂ ਅਮਲੀ ਤੌਰ ਤੇ ਵੀ ਤੁਸੀਂ ਉਸ ਨੂੰ ਆਪਣੇ ਸੂਬੇ 'ਚ ਲਾਗੂ ਕਰੋਗੇ। ਸੋ ਸੋਸ਼ਲ ਮੀਡੀਆ 'ਚ ਇਹੋ ਜਿਹੀਆਂ ਕੰਟਰਡਿਕਸ਼ਨ ਉੱਭਰ ਕੇ ਫਿਰ ਆਉਂਦੀਆਂ, ਸਵਾਲ ਵੀ ਉੱਠਦੇ ਆ, ਸੁਭਾਵਿਕ ਹੈਗਾ। ਬਿਲਕੁਲ ਬਿਲਕੁਲ। ਤੇ ਲਗਾਤਾਰ ਸਾਡੇ ਨਾਲ ਕਾਲਰ ਜੁੜ ਰਹੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। मेरा ख्याल ये है कि वहाँ का जो चल रहा है कि होम मिनिस्ट्री एक चंगे से एमएलए दे जो कि कंट्रोल करे जी। जो अमन अरोड़ा है तो एमएलए हुए जो कानून को बना के रखे, तो नाले एसएसपी के डीएसपी 4-5 कराने के बाद रणनीति बनाओ एसीआर में, अपने आप कंट्रोल करेगा। जब राजनीति बन जाएगी, प्रमोशन मिलेगी, अपने आप कंट्रोल करेंगे पुलिस वाले। जी जी बिल्कुल जी, बहुत बहुत धन्यवाद ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ ਔਨਰ ਹੋ ਤੁਸੀਂ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਹਰਭਜਨ ਬੋਲਦਾ ਜੀ, ਕੈਲਗਰੀ ਤੋਂ ਜੀ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਭਜਨ ਜੀ। ਹਾਂਜੀ, ਮੈਂ ਇਹ ਇੱਕ ਬਹੁਤ ਵੱਡਾ ਸਿੱਧੂ ਸਾਹਿਬ ਇਸ ਵੇਲੇ ਜਿਹੜੀ ਪੋਜੀਸ਼ਨ ਬਣੀ ਹੋਈ ਪੰਜਾਬ ਦੀ, ਹਾਂਜੀ, ਲੋਕਾਂ ਨੇ ਤਾਂ ਆਪਣਾ ਜਿਹੜਾ ਫਰਜ਼ ਆ ਪੂਰਾ ਕਰ ਦਿੱਤਾ, ਔਰ ਉਹ ਫਰਜ਼ ਜਿਹੜਾ ਉਹਨੂੰ ਨਿਭਾਉਣ ਵਾਸਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਹੈ ਇਸ ਗੌਰਮੈਂਟ ਤੇ। ਇਹਨਾਂ ਨੂੰ ਇਸ ਚੈਲੰਜ ਨੂੰ ਨਜਿੱਠਣ ਵਾਸਤੇ ਬਹੁਤ ਸਿਆਣਪ ਤੋਂ ਕੰਮ ਲੈਣਾ ਪਏਗਾ। ਅਦਰਵਾਈਜ਼ ਤੁਹਾਨੂੰ ਪਤਾ ਵੀ ਜਿਹੜੀਆਂ ਪਾਰਟੀਆਂ ਇਸ ਵੇਲੇ 2-3
ਬੀਜੇਪੀ, ਅਕਾਲੀ, ਕਾਂਗਰਸ, ਇਹ ਤਿੰਨੇ ਤੁਹਾਡਾ ਕੀ ਖਿਆਲ ਹੈ ਚੁੱਪ ਕਰਕੇ ਨਹੀਂ ਬੈਠਣਗੇ? ਤੁਸੀਂ 84 ਦਾ ਜਿਹੜਾ ਸੀਨ ਸੀਗਾ ਉਹ ਥੋੜਾ ਜਿਹਾ ਸੋਚੋ ਉਹਦੇ ਬਾਰੇ ਕਿ ਉਸ ਵੇਲੇ ਕਿੱਦਾਂ ਹੋਇਆ ਸੀ। ਉਸ ਮੂਵਮੈਂਟ ਨੂੰ ਫੇਲ ਕਰਨ ਵਾਸਤੇ ਉਹ ਅੱਤਵਾਦ ਉਸ ਵੇਲੇ ਚੱਲਿਆ ਜਿਹੜਾ ਤੁਸੀਂ ਸੋਚ ਨਹੀਂ ਸਕਦੇ। ਸੋ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਹੁਣ ਵੀ ਇਹ ਜਿਹੜਾ ਸਮਾਂ ਹੁਣ ਆਉਣੇ ਵਾਲਾ, ਇਹ ਸੇਮ ਉਹੀ ਪੋਜੀਸ਼ਨ ਜਿਹੜੀ ਆ ਮੇਰਾ ਖਿਆਲ ਆ ਇਹ ਆਏਗੀ ਅਗਰ ਇਹਨੂੰ ਕੰਟਰੋਲ ਨਾ ਕੀਤਾ। ਸੋ ਮੈਂ ਇਹ ਸੋਚਦਾ ਕਿ ਪਹਿਲਾਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਬਈ ਇਹ ਗੁਜਰਾਤ ਵਿੱਚ ਜਾ ਕੇ ਜੋ ਕੁਛ ਵੀ ਉਹ ਜਿਹੜੇ ਕੰਮ ਕਰਨੇ ਵਾਲੇ ਆ ਉਹ ਥੋੜੀ ਦੇਰ ਬਾਅਦ ਆ, ਪਹਿਲਾਂ ਆਪਣੇ ਆਪ ਨੂੰ ਸੰਭਾਲਣ, ਆਪਣਾ ਇਸ ਆ ਉਹਨੂੰ ਤਾਕਤਵਰ ਬਣਾਉਣ, ਉਹਨੂੰ ਚੰਗੀ ਤਰ੍ਹਾਂ ਉਹਦਾ ਬੇਸ ਜਿਹੜਾ, ਇਸ ਲਈ ਤੁਸੀਂ ਆਪਣੇ ਦੇਸ਼ ਤੇ ਤਕੜੇ ਹੋ ਗਏ ਫਿਰ ਤੁਸੀਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਜਾਂ ਦੂਸਰਿਆਂ ਨੂੰ ਇਹ ਮੈਸੇਜ ਦੇ ਸਕਦੇ ਆ। ਪਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਸਿੱਧੂ ਸਾਹਿਬ ਬੀਬਾ ਜੀ ਆਪ ਜੀ ਨੂੰ ਫਤਿਹ ਬੁਲਾਉਂਦੇ ਹੋਏ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ। ਬੇਨਤੀ ਹੈ ਵੀ ਬੜਾ ਟੌਪਿਕ ਬੜਾ ਗੰਭੀਰ ਹੈ ਜੀ, ਕਿਉਂਕਿ ਇਹੀ ਗੱਲਾਂ ਤਾਂ ਅੱਗੇ ਹੋਈਆਂ ਦੂਜੀਆਂ ਸਰਕਾਰਾਂ ਚ ਤੇ ਇਹੀ ਹੁਣ ਹੋਣ ਲੱਗ ਗਈਆਂ। ਗੱਲ ਹੋਈ ਹੈ, ਗੱਲ ਚੱਲਦੀ ਸੀ 84 ਵਾਲਾ ਅੱਤਵਾਦ, ਉਦੋਂ ਵੀ ਪੁਲਿਸ ਨੇ ਬੰਦਿਆਂ ਨੂੰ ਗੁੰਮਰਾਹ ਕੀਤਾ, ਕੁੱਟਿਆ ਮਾਰਿਆ ਨੌਜਵਾਨਾਂ ਨੂੰ, ਤੇ ਨੌਜਵਾਨ ਫਿਰ ਭਗੌੜੇ ਹੋ ਗਏ ਤੇ ਉਹਨਾਂ ਨੇ ਫਿਰ ਸਾਰਾ ਕੁਛ ਹੋਇਆ। ਹੁਣ ਇਹ ਮਤਲਬ ਗੈਂਗਸਟਰ ਕਰ ਰਹੇ ਆ। ਗੱਲ ਤਾਂ ਵੇਖੋ ਕਿੱਧਰ ਨੂੰ ਜਾਂਦੀ ਇਹ ਗੱਲ। ਤੇ ਇਹ ਗੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ, ਇਹ ਗੌਰ ਨਹੀਂ ਕਰਦੇ। 8-7 ਦਿਨ ਹੋ ਗਏ, ਕਿੰਨੀਆਂ ਵਾਰਦਾਤਾਂ ਹੋਈਆਂ ਤੁਸੀਂ ਦੱਸੀਆਂ ਸਾਰੀਆਂ। ਇਹਨਾਂ ਨੂੰ ਗੌਰ ਕਰਨਾ ਚਾਹੀਦਾ। ਫਿਰ ਇਹ ਪਛਤਾਉਣਗੇ, ਫਿਰ ਇਹ ਸੂਤ ਨਹੀਂ ਹੋਣਾ ਕੰਮ ਇਹਨਾਂ ਤੋਂ ਜੇ ਹੁਣ ਲੇਟ ਹੋ ਗਏ ਤਾਂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਨਦੀ ਵੀ ਇਸ ਮੁੱਦੇ ਤੇ ਆਪਾਂ ਜ਼ਰੂਰ ਥੋੜਾ ਕਮੈਂਟ ਕਰਨੇ ਚਾਹਾਂਗੇ। ਜਿਸ ਤੋਂ ਪਹਿਲਾਂ ਹਰਭਜਨ ਜੀ ਨੇ ਔਰ ਸੇਖੋਂ ਸਾਹਿਬ ਨੇ ਗੱਲ ਕੀਤੀ ਹੈ, ਦੇਖੋ ਸਥਿਤੀ ਹੈ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ। ਮੈਨੂੰ ਉਹ ਦਿਨ ਵੀ ਚੇਤੇ ਹੈ ਜਦੋਂ ਹਿੰਦੁਸਤਾਨ ਦੇ ਅੰਦਰ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਸੀ, ਬਹੁਤ ਵੱਡਾ ਹੁਲਾਰਾ ਸੀ ਉਸ ਮੂਵਮੈਂਟ ਨੂੰ, ਜਿਹੜੀ ਸਟੇਟ ਦੇ ਵਿੱਚ ਜਾਂਦੇ ਸੀ। ਇੱਕ ਵਾਰ ਉਹਨਾਂ ਨੇ ਪੰਜਾਬ ਦੇ ਜਾ ਕੇ ਲੁਧਿਆਣਾ 'ਚ ਰੈਲੀ ਕੀਤੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਪੰਜਾਬ ਹੀ ਉੱਠ ਕੇ ਉਹਨਾਂ ਦੀ ਰੈਲੀ 'ਚ ਆ ਗਿਆ। ਉਦੋਂ ਬਾਅਦ ਦੇ ਵਿੱਚ ਸਰਕਾਰ ਵੀ ਬਣੀ। ਸਰਕਾਰ ਬਣਨ ਤੋਂ ਬਾਅਦ ਉਸ ਮੂਵਮੈਂਟ ਨੂੰ ਸੰਭਾਲਿਆ ਨਹੀਂ ਜਾ ਸਕਿਆ ਤੇ ਖਿਰੂੰ ਹੋ ਗਈ। ਕੋਈ ਭਾਜਪਾ ਦੇ ਰੂਪ ਚਲਿਆ ਗਿਆ, ਕੋਈ ਆਪਣੇ ਅਲੱਗ ਜਿਹੜੇ ਪਾਰਟੀਆਂ 'ਚ ਲੋਕਾਂ ਨੇ ਬਣਾ ਕੇ ਅਲੱਗ-ਅਲੱਗ ਧੜੇ ਬਣ ਗਏ ਜਿਹੜੇ ਗਏ। ਇਸ ਤਰੀਕੇ ਨਾਲ ਬਾਅਦ 'ਚ ਵੀ ਪੰਜਾਬ 'ਚ ਕਈ ਮੂਵਮੈਂਟ ਉੱਠੀਆਂ। ਜਿੱਦਾਂ ਇਹ ਗੱਲ ਕਰ ਰਿਹਾ 84 ਦੇ ਕਤਲੇਆਮ ਦੀ, ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਸਥਿਤੀ ਨੂੰ ਸੁਧਾਰਨ ਦੇ ਲਈ ਕੇਂਦਰ ਦੇ ਖਿਲਾਫ ਧਰਮ ਜਦੋਂ ਮੋਰਚੇ ਦੀ ਗੱਲ ਕਰ ਲਈਏ, ਆਪਾਂ ਦੂਜੇ ਮੁੱਦਿਆਂ ਦੀ ਗੱਲ ਕਰ ਲਈਏ, ਬਹੁਤ ਵੱਡੀਆਂ ਲਹਿਰਾਂ ਉੱਠਦੀਆਂ ਰਹੀਆਂ। ਕਿਧਰੇ ਨਾ ਕਿਧਰੇ ਉਹਦੇ 'ਚ ਸਰਕਾਰੀ ਏਜੰਸੀਆਂ ਜਿਨ੍ਹਾਂ ਦੇ ਆਪਣੇ ਲੋਕਾਂ ਦੇ ਹਿੱਤ ਜੁੜੇ ਹੁੰਦੇ ਆ, ਉਹ ਮੂਵਮੈਂਟਾਂ 'ਚ ਇਨਵਾਲਵ ਹੋ ਕੇ ਗਲਤ ਸੇਧ ਦਿੰਦੀਆਂ ਤੇ ਫਿਰ ਜਿਹੜਾ ਹੈਗਾ ਸਮਾਜ 'ਚ ਗਲਤ ਇੱਕ ਮੈਸੇਜ ਜਾਂਦਾ ਹੈ। ਹੁਣ ਬਹੁਤ ਹੀ ਵੱਡਾ ਮੈਂਡੇਟ ਫਤਵਾ ਆਮ ਆਦਮੀ ਪਾਰਟੀ ਨੂੰ ਮਿਲਿਆ। ਦੇਖੋ ਇਹਦੇ ਬਾਰੇ ਤਾਂ ਕੋਈ ਦੋ ਰਾਹ ਨਹੀਂ, ਪੰਜਾਬੀਆਂ ਨੇ ਦਿੱਤਾ ਨਾ, ਕਿਤੇ ਬਾਹਰੋਂ ਤਾਂ ਵੋਟਾਂ ਕਿਸੇ ਨੇ ਪਾਈਆਂ ਨਹੀਂ, ਉੱਪਰੋਂ ਤਾਂ ਡਿੱਗੀਆਂ ਨਹੀਂ ਹੈਗੀਆਂ। 92 ਸੀਟਾਂ ਹੋਣੀਆਂ, ਇਹਦੇ ਬਾਰੇ ਕੋਈ ਦੋ ਰਾਹਾਂ ਹੋ ਹੀ ਨਹੀਂ ਸਕਦੀਆਂ ਕਿ ਪੰਜਾਬੀਆਂ ਨੇ ਹਮਾ ਕੇ ਆਪ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ। ਹੁਣ ਇਸ ਲਹਿਰ ਨੂੰ, ਇਸ ਮੂਵਮੈਂਟ ਨੂੰ ਸੰਭਾਲਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਸ ਲੀਡਰਸ਼ਿਪ ਦੀ ਹੈ। ਜਿੱਦਾਂ ਸਾਡੇ ਕਾਲਰਸ ਨੇ, ਹਰਭਜਨ ਜੀ ਨੇ ਕਿਹਾ ਜਾਂ ਸੇਖੋਂ ਸਾਹਿਬ ਨੇ ਕਿਹਾ ਕਿ ਲੋਕਾਂ ਨੇ ਤਾਂ ਵੋਟਾਂ ਪਾਤੀਆਂ, ਉਹਨਾਂ ਨੂੰ ਇੱਕ ਨੁਮਾਇੰਦਗੀ ਦੇਤੀ, ਜੋ ਕੁਝ ਸੀਗਾ ਉਹਨਾਂ ਕੋਲੇ ਸਾਰਾ ਕੁਝ ਉਹਨਾਂ ਨੂੰ ਸੌਂਪਤਾ, ਸਰਕਾਰ ਬਣਾਤੀ। ਸਰਕਾਰ ਤੋਂ ਉੱਪਰ ਕੋਈ ਗੱਲ ਨਹੀਂ ਹੁੰਦੀ। ਅੱਜ ਦੇ ਸਮੇਂ 'ਚ ਸਰਕਾਰ ਹੀ ਹੈ ਜਿਹੜੀ ਦੇਸ਼ ਨੂੰ ਚਲਾਉਂਦੀ ਹੈ, ਸਰਕਾਰ ਹੀ ਜਿਹੜੀ ਸੂਬੇ ਨੂੰ ਚਲਾਉਂਦੀ ਹੈ। ਤਾਂ ਹੁਣ ਜ਼ਿੰਮੇਵਾਰੀ ਤਾਂ ਆਮ ਆਦਮੀ ਪਾਰਟੀ ਦੀ, ਉਹਨਾਂ ਦੀ ਲੀਡਰਸ਼ਿਪ ਦੀ ਬਣਦੀ ਹੈ ਕਿ ਜਿਹੜੇ ਵਾਅਦੇ ਕੀਤੇ ਆਏ ਸੀ, ਖਾਸ ਤੌਰ 'ਤੇ ਜੇ ਅਮਨ ਕਾਨੂੰਨ ਜਿਸ ਮੁੱਦੇ 'ਤੇ ਆਪਾਂ ਗੱਲ ਕਰਦੇ ਹਾਂ, ਉਹ ਸਥਿਤੀ ਨੂੰ ਕਾਬੂ ਹੇਠ ਰੱਖਣਾ। ਇੱਦਾਂ ਦੇ ਚਾਹੇ ਗੈਂਗਸਟਰ ਕਰਦੇ ਆ ਜਾਂ ਕੋਈ ਸਮਾਜ ਵਿਰੋਧੀ ਤੱਤ ਕਰਦੇ ਆ, ਇਹਦਾ ਮਸਲਾ ਜਿਹੜਾ ਹੈਗਾ ਗੌਰਮੈਂਟ ਦੀਆਂ ਏਜੰਸੀਆਂ ਦਾ, ਪੁਲਿਸ ਦਾ ਹੈਗਾ, ਉਹਨੂੰ ਕਾਬੂ 'ਚ ਲੈ ਕੇ ਆਉਣਾ। ਤੇ ਸੋ ਇਸ ਜਿਹੜਾ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਜਿਹੜਾ ਇਨਕਲਾਬ 92 ਸੀਟਾਂ ਦੇ ਕੇ ਪੰਜਾਬੀਆਂ ਨੇ ਲਿਆਂਦਾ, ਪਹਿਲਾਂ ਵੀ ਲਿਆਉਂਦੇ ਰਹੇ ਆ, ਤੇ ਇਹ ਅਜਾਈ ਨਹੀਂ ਜਾਣਾ ਚਾਹੀਦਾ। ਇਹਦੇ ਸਾਰਥਕ ਸਿੱਟੇ ਨਿਕਲਣੇ ਚਾਹੀਦੇ ਆ। ਔਰ ਜੇ ਇਹਦੇ 'ਚ ਕੋਈ ਗਲਤ ਰੁਝਾਨ ਪੈਦਾ ਹੋ ਰਿਹਾ, ਚਾਹੇ ਪਾਰਟੀ ਦੇ ਅੰਦਰੋਂ ਹੋ ਰਿਹਾ ਜਾਂ ਬਾਹਰੋਂ ਹੋ ਰਿਹਾ, ਉਹਨਾਂ ਨੂੰ ਫੌਰੀ ਤੌਰ ਤੇ ਰੋਕਣ ਦੀ ਜ਼ਰੂਰਤ ਹੈ। ਇਹੀ ਇਸ ਵੇਲੇ ਸਮੇਂ ਦੀ ਵੱਡੀ ਲੋੜ ਹੈ ਜੀ। ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ।
हेलो मैं जी कुलार साहब स्वागत है जी ਤੁਹਾਡਾ। ओके जी ਆਪਣੇ ਸਿੱਧੂ ਸਾਹਿਬ ਨੂੰ ਤੇ ਨਵਨੀਤ ਤੈਨੂੰ ਸਤਿ ਸ੍ਰੀ ਅਕਾਲ ਬੇਟਾ। ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਗੱਲ ਇਹ ਆ ਸਿੱਧੂ ਸਾਹਿਬ ਇਹ ਸਾਰੇ ਮਹਿਕਮੇ ਆਪਦੇ ਕੋਲੇ ਰੱਖੀ ਬੈਠਾ ਤੇ ਆਪ ਤੁਰ ਗਿਆ ਉੱਥੇ ਗੁਜਰਾਤ ਨੂੰ ਕੇਜਰੀਵਾਲ ਨਾਲ। ਤੇ ਇਹ ਕਿੱਡਾ ਕੁ ਤਜਰਬੇਕਾਰ ਹੈ। ਇਹ ਚੁਟਕਲਿਆਂ ਨਾਲ ਨਹੀਂ ਸਰਕਾਰ ਚੱਲਣੀ। ਸਭ ਤੋਂ ਪਹਿਲਾਂ ਤਾਂ ਇਹਨੇ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਦਿਵਾਉਂਗਾ। ਉਹ ਕਿੱਧਰ ਚਲੀ ਗਈ? ਉਹ ਹੁਣ ਕਿੱਥੇ? ਕਹਿੰਦਾ ਸੀ 24 ਘੰਟੇ ਚ ਲੈ ਲਾਂਗੇ ਅਸੀਂ ਕਰਾ ਲਾਂਗੇ। ਇਹਦੇ ਕੋਲੇ ਬੜਾ ਵਧੀਆ ਤਜਰਬੇਕਾਰ ਬੰਦਾ ਹੈਗਾ। ਮਹਿਕਮਾ ਹੋਮ ਉਹਨੂੰ ਦੇਖ ਕੇ ਇਹ ਆਪਣੇ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਹ ਸਾਰੇ ਜਾਣਦਾ। ਪੁਲਿਸ ਦੀਆਂ ਗੱਲਾਂ ਉਹਨੂੰ ਦੇਖ ਕੇ ਮਹਿਕਮੇ ਵੰਡ ਕੇ ਇਹ ਸਰਕਾਰ ਚਲਾਵੇ। ਐਡਾ ਕਿੱਡਾ ਕੁ ਤਜਰਬੇਕਾਰ ਹੈ ਇਹ ਬਈ। ਇਹ ਸਾਰੇ ਮਹਿਕਮੇ ਆਪਦੇ ਕੋਲ ਰੱਖੀ ਬੈਠਾ। ਪੁਲਿਸ ਦਾ ਵੀ, ਐਂਟੀ ਕਰਪਸ਼ਨ ਦਾ ਵੀ, ਹੋਰ ਸਾਰੇ। ਇਸ ਕਰਕੇ ਇੰਨਾ ਨਾ ਅਫਰੇ ਇਹਦਾ ਨੌਕਰੀ ਆਪਣੇ ਜ਼ਮੀਨ ਤੇ ਰਹੇ, ਤਾਂ ਨਾ ਚੜੇ। ਅਜੇ ਇਹ ਤੇਲ ਦੇਖੋ, ਤੇਲ ਦੀ ਧਾਰ ਦੇਖੋ। ਜੇ ਇਸ ਤਰ੍ਹਾਂ ਕਰੀ ਗਏ ਤਾਂ ਇਹ ਫਿਰ ਜ਼ਿਆਦਾ ਦੇਰ ਨਹੀਂ ਚੱਲਣ ਵਾਲਾ। ਗੁਰੂ ਗ੍ਰੰਥ ਸਾਹਿਬ ਦਾ ਮਸਲਾ ਜਿੰਨਾ ਚਿਰ ਇਹ ਹੱਲ ਨਹੀਂ ਕਰਦਾ ਲੋਕ ਖੁਸ਼ ਨਹੀਂ ਹੁੰਦੇ। ਓਕੇ ਜੀ ਗੱਲ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਲਖਵਿੰਦਰ ਸਿੰਘ ਸੰਮੇ ਵਾਲੀ ਜੀ। ਸੰਮੇ ਵਾਲੀ ਜੀ ਸਤਿ ਸ਼੍ਰੀ ਅਕਾਲ ਸੰਮੇ ਵਾਲੀ ਸਾਹਿਬ। ਹਾਂਜੀ, ਬੇਨਤੀ ਹੈਗੀ ਜੀ, ਮੰਨ ਲਓ ਉੱਠ ਕੇ ਮੈਂ ਆਪਦੇ ਅੰਦਰ ਹੀ ਯੋਜਨਾ ਬਣਾ ਕੇ ਜੇ ਕੋਈ ਬੰਦਾ ਮਾਰਦੇ ਆ ਤੇ ਸਰਕਾਰ ਉੱਥੇ ਕੀ ਕਰ ਲੈਗੀ ਜੀ? ਠੀਕ ਹੈ, ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਏ, ਪਰ ਅਜੇ ਤਾਂ ਨਵੇਂ ਉਹ ਆਏ ਨੇ ਜੀ। ਦੂਜੀ ਗੱਲ, ਮਾਨ ਸਾਹਿਬ ਵਾਸਤੇ ਵੀ ਇਹ ਚਾਹੀਦਾ ਵੀ ਵੇਖੋ ਕਿਧਰੇ ਗਾਂਧੀ ਦੀ ਨੀਤੀਆਂ, ਕਿਧਰੇ ਭਗਤ ਸਿੰਘ ਤੁਸੀਂ ਬਣੇ ਫਿਰਦੇ ਜੀ। ਤੇ ਚਰਖੇ ਕੱਤਣ ਨਾਲ ਸਿਸਟਮ ਨਹੀਂ ਚੱਲਣਾ। ਮਾੜਾ ਮੋਟਾ ਪੰਜਾਬ ਵੱਲ ਵੀ ਧਿਆਨ ਦੇਣਾ ਪੈਣਾ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਸਿੱਧੂ ਸਾਹਿਬ ਬ੍ਰੇਕ ਤੋਂ ਪਹਿਲਾਂ ਵੀ ਕਈ ਕਾਲਰ ਸਾਡੇ ਨਾਲ ਜੁੜੇ ਸੀ ਤੇ ਹੁਣ ਵੀ ਸਮੇਂ ਵਾਲੀ ਸਾਹਿਬ ਜੁੜੇ ਨੇ ਜੀ। ਸਮੇਂ ਵਾਲੇ ਸਾਹਿਬ ਨੇ ਜੋ ਕਿਹਾ ਨਾ, ਪੰਜਾਬੀ 'ਚ ਕਈ ਮੁਹਾਵਰੇ, ਤੁਸੀਂ ਵੀ ਸ਼ੁਰੂ 'ਚ ਇੱਕ ਮੁਹਾਵਰੇ ਦਾ ਪੁਤਲੇ ਫੁੱਲਣ ਦੀ ਗੱਲ ਕੀਤੀ। ਇੱਦਾਂ ਹੀ ਕਿਸੇ ਸਾਡੇ ਹੋਰ ਸਿਆਣੇ ਕਾਲਰ ਹੈਗੇ, ਉਹਨਾਂ ਨੇ ਅਫਰੇਮੇ ਦੀ ਗੱਲ ਕੀਤੀ, ਇਹਨਾਂ ਨੇ ਗੱਲ ਕੀਤੀ ਹੈ ਚਰਖਾ ਕੱਤਣ ਦੀ ਗੱਲ ਕੀਤੀ ਹੈ। ਇਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ, ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਅੱਗੇ ਸੀਗਾ ਕਿ ਤਾਣੀ ਉਲਝਣੀ। ਤਾਣੀ ਵੀ ਉਹ ਜਿਹੜਾ ਹੈਗਾ ਸੂਤ ਪਟਾਂਗ ਉਹਦੇ 'ਚ ਉਲਝਦੀ ਸੀਗੀ, ਜਿਹੜੀਆਂ ਔਰਤਾਂ ਕੱਤਦੀਆਂ ਸੀ ਤੇ ਅੱਗੇ ਜਿਹੜਾ ਹੈਗਾ ਉਸ ਤਰੀਕੇ ਨਾਲ ਦਰੀਆਂ ਬੁਣਦੀਆਂ ਸੀਗੀਆਂ। ਤੇ ਹੁਣ ਜਿੱਦਾਂ ਦੀ ਸਥਿਤੀ ਬਣੀ ਵੀ ਹੈ, ਤੁਹਾਡੀ ਆਪਣੇ ਘਰ ਦੀ ਤਾਣੀ ਨਹੀਂ ਉਲਝਣੀ ਚਾਹੀਦੀ। ਬਾਹਰ ਜਾ ਕੇ ਤੁਸੀਂ ਚਰਖਾ ਕੱਤੋ, ਸੂਤ ਬਣਾਓ, ਜੋ ਮਰਜ਼ੀ ਕਰੋ। ਔਰ ਇਹ ਗੱਲ ਵੀ ਸਹੀ ਹੈ ਕਿ ਦੇਖੋ ਸਵਾਲ ਤਾਂ ਉੱਠਣਗੇ, ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਹੈ ਕਿ ਜੇ ਤੁਸੀਂ ਇਹੋ ਜਿਹੀ ਸਥਿਤੀ ਪੈਦਾ ਕਰਦੇ ਹੋ, ਤੁਸੀਂ ਇੱਕ ਪਾਸੇ ਤਾਂ ਸ਼ਹੀਦ ਭਗਤ ਸਿੰਘ ਇਨਕਲਾਬ ਹਰ ਸਟੇਜ ਦੇ ਉੱਤੇ ਸ਼ਹੀਦ ਭਗਤ ਸਿੰਘ ਜਿੰਦਾਬਾਦ, ਉਦੋਂ ਜਿੰਦਾਬਾਦ ਕਹਿਣਾ ਸਾਰੇ ਵੈਲਕਮ ਕਰਦੇ ਆ, ਚੰਗੀ ਗੱਲ ਹੈ। ਈਵਨ ਕਿ ਜੇ ਆਪਾਂ ਮਹਾਤਮਾ ਗਾਂਧੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਬੁੱਤਾਂ ਤੇ ਹਾਰ ਪਾਉਣੀ ਜਿਹੜੀ ਹੈਗੀ ਆ, ਉਹ ਵੀ ਆਪਣੀ ਜਗ੍ਹਾ ਤੇ ਉਹਦੀ ਇੱਕ ਮਹਾਨਤਾ ਹੈਗੀ ਆ, ਕੋਈ ਦੋ ਰਾਮਾ ਨਹੀਂ। ਪਰ ਤੁਹਾਨੂੰ ਇੱਕ ਦੇਸ਼ ਦੇ ਲੋਕਾਂ ਨੂੰ, ਸੂਬੇ ਦੇ ਲੋਕਾਂ ਨੂੰ ਇੱਕ ਸੇਧ ਤਾਂ ਦੇਣੀ ਪਏਗੀ ਨਾ। ਤੁਸੀਂ ਇਨਕਲਾਬ ਜਿੰਦਾਬਾਦ ਦੀ ਸੇਧ ਤੇ ਚੱਲਣਾ ਹੈ ਜਾਂ ਮਹਾਤਮਾ ਗਾਂਧੀ ਦੀ ਫਿਲਾਸਫੀ ਤੇ ਚੱਲਣਾ। ਬੜੀਆਂ ਜੇ ਹੇਠਲੀ ਪੱਧਰ ਤੇ ਜਾਵਾਂਗੇ, ਇਹਨਾਂ ਗੱਲਾਂ 'ਚ ਬੜੀਆਂ ਕੰਟਰਾਡਿਕਸ਼ਨਸ ਹੈਗੀਆਂ ਆਪਣੇ ਕੋਲੇ, ਇਹਨਾਂ ਗੱਲਾਂ ਲਈ ਸਮਾਂ ਨਹੀਂ ਹੁੰਦਾ। ਪਰ ਜਿਸ ਸਥਿਤੀ ਦੀ ਆਪਾਂ ਗੱਲ ਕਰ ਰਹੇ ਹਾਂ, ਗੱਲ ਹੈਗੀ ਹੈ ਘੁੰਮ ਫਿਰ ਕੇ ਜਿਹੜੀ ਇਸ ਸਥਿਤੀ ਦੇ ਉੱਤੇ ਆਉਂਦੀ ਹੈ ਕਿ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਹੈ, ਠੀਕ ਹੈ, ਕੋਈ ਕਿਸੇ ਸੂਬੇ ਦਾ ਮੁੱਖ ਮੰਤਰੀ ਗੁਜਰਾਤ ਜਾਵੇ, ਕੇਰਲਾ ਜਾਵੇ, ਬੰਗਾਲ ਜਾਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਨਵੇਂ ਬਣ ਕੇ ਆਏ, ਇਹ ਵੀ ਸਹੀ ਗੱਲ ਹੈ। ਸਭ ਦਾ ਹੀ ਕਹਿਣਾ ਹੈ ਕਿ ਵੀ ਅਜੇ ਸਮਾਂ ਥੋੜ੍ਹਾ ਹੋਇਆ, ਪਰ ਜਦੋਂ ਆਪਾਂ ਸ਼ੁਰੂ 'ਚ ਕਮੈਂਟ ਕੀਤੇ ਹੈ, ਕਈ ਮੁੱਦੇ ਹੁੰਦੇ ਆ ਜਿਨ੍ਹਾਂ 'ਤੇ ਸਮਾਂ ਦਿੱਤਾ ਜਾ ਸਕਦਾ ਹੈ ਔਰ ਉਡੀਕ ਕਰਨੀ ਚਾਹੀਦੀ ਹੈ। ਪਰ ਕਈ ਇਸ਼ੂ ਇਹੋ ਜਿਹੇ ਹੁੰਦੇ ਜਦੋਂ ਲਾੜ ਨਾੜ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਇਹਦੇ 'ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਮਾਂ ਦਿਓ, ਕੋਈ ਮਹੀਨਾ ਦਿਓ, 2 ਮਹੀਨੇ ਦਿਓ। ਜੇ ਵਾਰਦਾਤਾਂ ਵਾਪਰਨੀਆਂ ਤਾਂ ਉਹਨਾਂ ਨੂੰ ਫੌਰੀ ਤੌਰ 'ਤੇ ਕਾਬੂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਦੇਖੋ, ਜਿਹੜਾ ਕੋਈ ਸ਼ਰਾਰਤ ਕਰਦਾ ਹੈ, ਸਮਾਜ ਵਿਰੋਧੀ ਤੱਤ ਹੈ, ਬਿਲਕੁਲ ਸਹੀ ਕਿਹਾ ਸਮੇਂ ਵਾਲੀ ਸਾਹਿਬ ਨੇ ਕਿ ਉਹ ਤਾਂ ਗਿਣਮਿਥ ਕੇ ਕਰ ਰਿਹਾ ਹੈ। ਉਹਦਾ ਟਾਰਗੇਟ ਹੈ ਕਿ ਕਿਹਨੂੰ ਟਾਰਗੇਟ ਕਰਨਾ ਹੈ, ਕਿਸ ਦੇ ਖਿਲਾਫ ਇੱਦਾਂ ਦੀ ਵਾਰਦਾਤ ਕਰਨੀ ਹੈ। ਪਰ ਸਰਕਾਰ ਦੀ ਜਾਂ ਪੁਲਿਸ ਦੀ ਜਿਹੜੀ ਹੈਗੀ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਦਾਂ ਦੇ ਲੋਕਾਂ ਨੂੰ ਕਾਬੂ ਕਰਨਾ। ਇਹ ਤਾਂ ਹਮੇਸ਼ਾ ਜਿਹੜੀ ਇੱਕ ਜ਼ਿੰਮੇਵਾਰੀ ਦੀ ਜਿਹੜੀ ਗੱਲ ਹੈ, ਉਹ ਤੋਂ ਨਹੀਂ ਮੁਨਕਰ ਹੋਇਆ ਨਹੀਂ ਜਾ ਸਕਦਾ। ਹੁਣ ਜਿਹੜੇ ਕਈ ਕਾਲਰਸ, ਉਹਨੇ ਬੜਾ ਵਧੀਆ ਕਮੈਂਟ ਕੀਤਾ, ਉਹਨੇ ਅਮਨ ਅਰੋੜਾ ਦੀ ਗੱਲ ਕੀਤੀ ਹੈ, ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ। ਉਹ ਇਹ ਵੀ ਕਹਿੰਦੇ ਹੈ ਕਿ ਵੀ ਤੁਸੀਂ ਇੰਨੇ ਮਹਿਕਮੇ ਇਕੱਠੇ ਕਰਕੇ, ਇੱਕ ਤਾਂ ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸ਼ੇਅਰ ਕਰਨੀ ਚਾਹਾਂਗਾ ਕਿ ਦੇਖੋ, ਜੇ ਕੈਬਨਿਟ ਪੂਰੀ ਨਹੀਂ ਬਣੀ, ਕੈਬਨਿਟ ਦੇ ਵਿੱਚ 10 ਹੀ ਲੋਕ ਆਏ ਹੈ, 17 ਤੱਕ ਜਾ ਸਕਦੇ ਆ।
ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਜੇ ਇਹੋ ਜਿਹੀ ਸਥਿਤੀ ਹੋਵੇ ਤਾਂ ਭਗਵੰਤ ਮਾਨ ਹੁਣੇ ਆਪ ਹੀ ਕਹਿ ਦੇਣ ਕਿ ਵੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਹੈ ਕਿਸੇ ਹੋਰ ਦੇ ਹਵਾਲੇ ਕੀਤੀ ਜਾਵੇ। ਸੋ ਅਜੇ ਪੋਸਟਾਂ ਜਿਹੜੀਆਂ ਆਈਆਂ ਖਾਲੀ ਪਈਆਂ, ਅਸਾਮੀਆਂ ਵਿਧਾਨ ਸਭਾ ਦੇ ਜਿਸ ਤਰੀਕੇ ਨਾਲ ਸਾਰਾ ਸੈਸ਼ਨ ਚੱਲਿਆ ਉਦੋਂ ਬਾਅਦ 'ਚ ਹੋ ਸਕਦਾ ਆਉਣ ਵਾਲੇ ਅਗਲੇ ਦਿਨਾਂ 'ਚ ਕੈਬਨਿਟ ਦੇ ਅੰਦਰ ਇਹ ਪੋਸਟਾਂ ਕਿਤੇ ਭਰੀਆਂ ਵੀ ਜਾ ਸਕਦੀਆਂ। ਪਰ ਜਦ ਤੱਕ ਪੋਸਟਾਂ ਨਹੀਂ ਭਰੀਆਂ ਜਾਂਦੀਆਂ ਤਦ ਤੱਕ ਜਿਹੜੇ ਮਹਿਕਮੇ ਵੀ ਮੁੱਖ ਮੰਤਰੀ ਕੋਲੇ ਹੈ ਵੱਡੀ ਪੱਧਰ ਦੀ, ਇਹਨਾਂ ਕੋਲੇ ਬਹੁਤ ਤਜਰਬੇਕਾਰ ਜਿਹੜੇ ਹੈਗੇ ਵਿਧਾਇਕ ਚੁਣ ਕੇ ਹੈ। ਕੁੰਵਰ ਵਿਜੇ ਪ੍ਰਤਾਪ, ਉਹਨਾਂ ਦਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਮੀਡੀਆ ਦੇ ਕਹਿਣ 'ਤੇ ਹੀ ਕਿਸੇ ਨੂੰ ਜਿਹੜਾ ਹੈਗਾ ਲਾਅ ਐਂਡ ਆਰਡਰ ਦੀ ਸਥਿਤੀ ਦਿੱਤੀ ਜਾਵੇ ਜਾਂ ਜਿਹੜਾ ਹੈਗਾ ਮਹਿਕਮਾ ਦਿੱਤਾ ਜਾਵੇ। ਕਿਸ ਨੂੰ ਕੀ ਮਹਿਕਮਾ ਦੇਣਾ ਹੈ ਫੈਸਲਾ ਤਾਂ ਸਰਕਾਰਾਂ ਨੇ ਜਾਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਤੌਰ 'ਤੇ ਕਰਨਾ ਹੁੰਦਾ ਹੈ। ਪਰ ਦਰਸ਼ਕਾਂ ਦੀ ਜਿਹੜੀ ਰਾਇ ਕਿ ਤੁਹਾਡੇ ਕੋਲ ਤਜਰਬੇਕਾਰ ਲੋਕ ਹੈਗੇ ਆ, ਕੱਲ੍ਹ ਨੂੰ ਜਦੋਂ ਵੀ ਮੌਕਾ ਆਉਂਦਾ ਹੈ ਉਹਨਾਂ ਲੋਕਾਂ ਨੂੰ ਮੌਕਾ ਅੱਗੇ ਆਉਣ ਦਾ ਦਿੱਤਾ ਜਾਵੇ ਜਿਹੜੇ ਲੋਕ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰ ਸਕਣ। ਔਰ ਇਹ ਕਹਿੰਦੇ ਕਿ ਸ਼ੁਰੂ ਦੇ 'ਚ ਇੱਕ ਮੈਸੇਜ ਆਉਣਾ ਚਾਹੀਦਾ ਹੈ ਕਿ ਜੇ ਇੱਦਾਂ ਦੀਆਂ ਫੋਰਸਿਸ ਉੱਠਣਗੀਆਂ ਤਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਲੋਕ ਵੀ ਇਹ ਚਾਹੁੰਦੇ ਆ ਕਿ ਸਥਿਤੀ ਨਾਰਮਲ। ਲੋਕ ਐਕਚੁਅਲੀ ਇਸ ਵੇਲੇ ਜੇ ਆਪਾਂ ਦੇਖੀਏ ਉਹ ਇਸ ਗੱਲ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੇ ਕਿ ਵੀ ਆਪ ਕਿਉਂ ਜਿੱਤ ਕੇ ਆਈ ਹੈ, ਉਹ ਕਹਿ ਰਹੇ ਕਿ ਜਿਹੜੀ ਸਥਿਤੀ ਪੈਦਾ ਹੋਈ ਹੈ ਇਹ ਸਥਿਤੀ ਨੂੰ ਫੌਰੀ ਤੌਰ ਤੇ ਕਾਬੂ ਕਰਨ ਦੀ ਜ਼ਰੂਰਤ ਹੈ। ਜੀ ਬਿਲਕੁਲ। ਤਾਂ ਸਿੱਧੂ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਦੱਸਿਆ ਸੀ ਕਿ ਹਲੇ ਗੁਜਰਾਤ ਦੇ ਵਿੱਚ ਚੋਣਾਂ ਹੋਣ ਨੂੰ ਬਹੁਤ ਸਮਾਂ ਬਾਕੀ ਹੈ ਤੇ ਪੰਜਾਬ ਦੇ ਵਿੱਚ ਹੁਣੇ ਜਿਹੜੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਹੁਣੇ ਸੱਤਾ ਸੰਭਾਲੀ ਹੈ, ਪਰ ਚਾਹੀਦਾ ਇਹ ਸੀ ਕਿ ਕੈਬਨਿਟ ਦੇ ਸਾਰੇ ਮੰਤਰੀ ਪੂਰੇ ਕਰ ਲਏ ਜਾਂਦੇ। ਜਿੰਨੇ ਵੀ ਗੱਲਾਂ ਲੋਕਾਂ ਦੇ ਨਾਲ ਜਿੰਨੇ ਵਾਅਦੇ ਕੀਤੇ ਗਏ ਸੀਗੇ ਉਹਨਾਂ ਤੇ ਕਿਤੇ ਨਾ ਕਿਤੇ ਖਰਾ ਉਤਰਿਆ ਜਾਂਦਾ ਤਾਂ ਉਹ ਸਾਰੀ ਪੋਜੀਸ਼ਨ ਨੂੰ ਲੈ ਕੇ ਕਿ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਇਹ ਗੜਬੜੀ ਸੀ, ਅਸੀਂ ਇਸ ਨੂੰ ਠੀਕ ਕੀਤਾ, ਪੰਜਾਬ 'ਚ ਹਾਲਾਤ ਐਦਾਂ ਦੇ ਸੀ, ਅਸੀਂ ਇਹਨਾਂ ਨੂੰ ਇਹ ਕੀਤਾ, ਕਿ ਫਿਰ ਬੰਦਾ ਮਾਡਲ ਲੈ ਕੇ ਜਾਣਾ ਗੁਜਰਾਤ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਜਾਣਾ ਬਣਦਾ ਹਨਾ। ਤਾਂ ਹਲੇ ਤੁਹਾਨੂੰ ਹਲੇ 15-20 ਦਿਨ ਨਹੀਂ ਹੋਏ ਹੈਗੇ ਤਾਂ ਤੁਸੀਂ ਇਸੇ ਚੀਜ਼ ਨੂੰ ਲੈ ਕੇ ਹੀ ਹੁਣ ਤੁਸੀਂ ਉੱਥੇ ਪ੍ਰਚਾਰ ਕਰ ਰਹੇ ਹੋ ਕਿ ਮੈਂ ਤਾਂ ਜੀ ਸ਼ਹੀਦਾਂ ਦੀ ਧਰਤੀ ਤੋਂ ਆਇਆ ਹਾਂ। ਮਤਲਬ ਲੋਕਾਂ ਨੂੰ ਵਰਗਲਾਉਣਾ ਇੱਕ ਵੱਖਰੀ ਗੱਲ ਹੈ, ਪਰ ਕਿਸੇ ਮਾਡਲ ਨੂੰ ਪਹਿਲਾਂ ਲੋਕਾਂ ਨੂੰ ਦਿਖਾਉਣਾ, ਫਿਰ ਉਹਨਾਂ ਦੇ ਵਿੱਚ ਪੇਸ਼ ਕਰਨਾ, ਫਿਰ ਉਸ ਦੇ ਦੌਰਾਨ ਕੰਮ ਕਰਨੇ ਤੇ ਉਹਨਾਂ ਕੰਮਾਂ ਦਾ ਜਿਹੜਾ ਰਿਜ਼ਲਟ ਹੈ ਉਸ ਨੂੰ ਲੈ ਕੇ ਕਿਸੇ ਹੋਰ ਸੂਬੇ ਦੇ ਵਿੱਚ ਜਾਣਾ, ਤਾਂ ਇਹ ਗੱਲ ਬਣਦੀ ਆ। ਤਾਂ ਇਸ ਤਰੀਕੇ ਦੇ ਨਾਲ ਲੱਗਦਾ ਕਿ ਜੇ ਵਾਕਿਆ ਹੀ ਭਗਵੰਤ ਮਾਨ ਇਸੇ ਰਾਹ ਤੇ ਹੀ ਚੱਲਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਇਹਨਾਂ ਨੂੰ ਦੂਜਾ ਨਰਿੰਦਰ ਮੋਦੀ ਕਹਿਣਾ ਸ਼ੁਰੂ ਕਰ ਦੇਣਗੇ। ਨਹੀਂ, ਤੁਸੀਂ ਬਹੁਤ ਵੱਡਾ ਸਵਾਲੀਆ ਨਿਸ਼ਾਨ ਛੱਡ ਕੇ ਜਾ ਰਹੇ ਹੋ ਇਸ ਸਵਾਲ ਦੇ ਨਾਲ ਹੀ। ਨਰਿੰਦਰ ਮੋਦੀ ਜਿਸ ਤਰੀਕੇ ਨਾਲ ਆਪਣੀ ਕੰਪੇਨ ਚਲਾਉਂਦੇ ਹੈ, ਵੱਖ-ਵੱਖ ਮੁੱਦਿਆਂ 'ਤੇ ਦੇਸ਼ ਭਗਤੀ ਦੀ ਗੱਲ ਕਰ ਲਈਏ, ਦੂਜਾ ਜਿੱਦਾਂ ਵੀ ਮਾਡਲ ਉਹ ਪੇਸ਼ ਕਰਦੇ ਆ ਉਹਦਾ ਨਿਚੋੜ ਇੱਕੋ ਹੀ ਜਾ ਕੇ ਨਿਕਲਦਾ ਵੀ ਉਹਦੇ ਨਾਲੋਂ ਵੱਡਾ ਦੇਸ਼ ਦੇ ਅੰਦਰ ਕੋਈ ਦੇਸ਼ ਭਗਤ ਨਹੀਂ ਹੋ ਸਕਦਾ, ਉਹਦੇ ਨਾਲੋਂ ਵੱਡਾ ਕੋਈ ਹਿੰਦੁਸਤਾਨੀ ਨਹੀਂ ਹੋ ਸਕਦਾ। ਜਦੋਂ ਇੱਕ ਆਪਾਂ ਸਾਰੇ ਜਾਣਦੇ ਹਾਂ ਅਸੀਂ ਸਾਰੇ ਹੀ ਦੇਸ਼ ਨੂੰ ਨਾ ਪਿਆਰ ਕਰਦੇ ਹਾਂ ਜਿੰਨਾ ਨਰਿੰਦਰ ਮੋਦੀ ਪਿਆਰ ਕਰਦੇ ਆ। ਇਸੇ ਤਰੀਕੇ ਨਾਲ ਭਗਵੰਤ ਮਾਨ ਨੇ ਜਿਹੜੇ ਕਮੈਂਟ ਕੀਤੇ ਕਿ ਮੈਂ ਸ਼ਹੀਦਾਂ ਦੀ ਧਰਤੀ ਤੋਂ ਆਇਆ, ਆਪਾਂ ਸਾਰੇ ਪੰਜਾਬੀ ਹੈ, ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਸਾਡੇ ਵਡੇਰਿਆਂ ਨੇ ਸ਼ਹਾਦਤਾਂ ਦਿੱਤੀਆਂ, ਕਿਸ ਤਰ੍ਹਾਂ ਆਜ਼ਾਦੀ ਲਈ, ਕਿਸ ਤਰ੍ਹਾਂ ਜਿਹੜੇ ਹੈਗੇ ਆ ਗਲਤ ਰੁਝਾਨ ਸੀ ਉਹਨਾਂ ਦੇ ਖਿਲਾਫ ਲੜਾਈਆਂ ਲੜੀਆਂ, ਕਿਸਾਨੀ ਮੂਵਮੈਂਟਾਂ, ਦੂਜੇ ਅੰਦੋਲਨ। ਪੰਜਾਬ ਤਾਂ ਬਹੁਤ ਵੱਡੀ, ਮੈਂ ਤਾਂ ਹਮੇਸ਼ਾ ਇਹ ਕਹਿਣਾ ਉਹਨਾਂ ਨੇ ਨਵਦੀਪ ਕੇ ਪੰਜਾਬ ਜਿਹੜਾ ਹੈਗਾ ਇਹ ਅੰਦੋਲਨਾਂ ਦੀ ਲਹਿਰਾਂ ਦੀ ਧਰਤੀ ਹੈ। ਜਿੰਨੀਆਂ ਲਹਿਰਾਂ ਇੱਥੇ ਜਾਂ ਤਾਂ ਦਰਿਆ ਵਗਦੇ ਹੈ ਜਾਂ ਲਹਿਰ ਵਗਦੀ ਹੈ, ਕਿਸੇ ਨਾ ਕਿਸੇ ਅਰਸੇ ਬਾਅਦ ਜਿਹੜਾ ਹੈਗਾ ਇੱਥੇ ਕੋਈ ਨਵੀਂ ਲਹਿਰ ਉੱਠਦੀ ਹੈ ਔਰ ਬਦਲਾਵ ਦੀ ਗੱਲ ਕਰਦੀ ਹੈ। ਜਿਸ ਬਦਲਾਵ ਦੀ ਨੁਮਾਇੰਦਗੀ ਹੁਣ ਭਗਵੰਤ ਮਾਨ ਹੁਣੀ ਕਰ ਰਹੇ ਹੈ, ਠੀਕ ਹੈ, ਬਾਹਰ ਜਾ ਕੇ ਸੁਨੇਹਾ ਦਿੱਤਾ ਉਹਨਾਂ ਨੇ, ਵੱਖਰੀ ਗੱਲ ਹੈਗੀ ਹੈ, ਪਰ ਜਿਹੜੇ ਰਿਜ਼ਲਟ ਆਪਣੇ ਜਿਸ ਸੂਬੇ ਨੂੰ ਤੁਸੀਂ ਸੰਭਾਲ ਰਹੇ ਹੋ, ਜਿਹੜੀ ਸੱਤਾ ਤੁਹਾਡੇ ਕੋਲ ਆਈ ਹੈ, ਜ਼ਿੰਮੇਵਾਰੀ ਪਹਿਲਾਂ ਉਸ ਤੋਂ ਬਣਦੀ ਹੈ। ਪਰ ਇਹ ਗੱਲ ਵੀ ਨਹੀਂ, ਮੈਂ ਦਰਸ਼ਕਾਂ ਦੇ ਧਿਆਨ 'ਚ ਇਹ ਵੀ ਲਿਆਉਣਾ ਚਾਹੁੰਦਾ ਕਿ ਕਈ ਮਾਮਲਿਆਂ 'ਚ ਬਦਲਾਵ ਦੇ ਨਾਲ ਨਤੀਜੇ ਜਿਹੜੇ ਸਾਹਮਣੇ ਵੀ ਆਏ ਹੈ। ਪਿਛਲੇ ਕੁਝ ਦਿਨਾਂ 'ਚ ਮੈਨੂੰ ਆਮ ਲੋਕਾਂ ਜਿਹੜੇ ਹੈਗੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਨਵਦੀਪ ਮੌਕਾ ਮਿਲਿਆ। ਉਹ ਕਹਿੰਦੇ ਜਦੋਂ ਹੁਣ ਅਸੀਂ ਕਚਹਿਰੀਆਂ 'ਚ ਜਾਂਦੇ ਹਾਂ ਤਾਂ ਮੈਨੂੰ 2-3 ਨੰਬਰਦਾਰਾਂ ਨਾਲ ਨਵਦੀਪ ਗੱਲ ਕਰਨ ਦਾ ਮੌਕਾ ਮਿਲਿਆ। ਨੰਬਰਦਾਰ ਕਹਿੰਦੇ ਜੀ ਅੱਗੇ ਜਾਂਦੇ ਸੀ ਤਾਂ ਤਹਿਸੀਲਦਾਰ ਸਾਹਿਬ ਕਹਿੰਦੇ ਸੀ ਕਿ ਜੀ ਦੁਪਹਿਰ ਤੋਂ ਬਾਅਦ ਆਇਓ, ਸ਼ਾਮ ਨੂੰ 5-6 ਵਜੇ ਰਜਿਸਟਰੀਆਂ ਸ਼ੁਰੂ ਹੁੰਦੀਆਂ ਤੇ ਨਾਲ ਹੀ ਜਿਹੜਾ ਹੈਗਾ ਮੈਸੇਜ ਆਉਂਦਾ ਸੀ ਕਿ ਕਿਸ ਤੋਂ ਕਿੰਨੇ ਲੈਣੇ ਆ, ਕੀ ਕਰਨਾ ਹੈ। ਹੁਣ ਜਿਹੜੇ ਹੈਗੇ ਤਹਿਸੀਲਦਾਰ ਕਹਿੰਦੇ ਆ ਕਿ ਜੀ ਆਓ ਤੁਸੀਂ ਫਟਾਫਟ ਜਿਹੜਾ ਹੈਗਾ ਆਪਣੀ ਰਜਿਸਟਰੀ ਕਰਵਾਓ, ਅਸੀਂ ਕਹਿੰਦੇ ਜਲਦੀ ਵਿਹਲੇ ਵੀ ਹੋ ਜਾਂਦੇ ਹਾਂ, ਸਮਾਂ ਵੀ ਬਰਬਾਦ ਨਹੀਂ ਹੁੰਦਾ। ਇੱਦਾਂ ਦੇ ਚੰਗੇ ਮੈਸੇਜ ਵੀ ਜਾ ਰਹੇ ਆ, ਪਰ ਜਿੱਥੇ ਕੋਈ ਨੈਗੇਟਿਵਿਟੀ ਜਾ ਰਹੀ ਹੈ, ਜਿਸ ਨੂੰ ਸਥਿਤੀ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਉਸ ਪਾਸੇ ਵੱਲ ਵੀ। ਸੋ ਇਸ ਨੂੰ ਇੱਦਾਂ ਨਹੀਂ, ਸਰਕਾਰਾਂ ਨੂੰ ਇਹ ਨਹੀਂ ਲੈਣਾ ਚਾਹੀਦਾ ਕਿ ਸਾਡਾ ਕ੍ਰਿਟਿਸਿਜ਼ਮ ਹੋ ਰਿਹਾ, ਜਿਹੜਾ ਹੈਲਦੀ ਕ੍ਰਿਟਿਸਿਜ਼ਮ ਹੈ 15 ਦਿਨਾਂ ਬਾਅਦ ਲੋਕ ਬਦਲ ਨਹੀਂ ਗਏ। ਜੇ ਲੋਕ ਜਾਂ ਮੀਡੀਆ ਇਸ ਇਸ਼ੂ ਦੇ ਉੱਤੇ ਗੱਲ ਕਰ ਰਿਹਾ ਹੈ ਤਾਂ ਕਿਧਰੇ ਨਾ ਕਿਧਰੇ ਉਹਨਾਂ ਨੂੰ ਗੱਲ ਚੁਭਦੀ ਹੈ, ਉਹ ਚਾਹੁੰਦੇ ਹੈ ਕਿ ਇਹ ਸਥਿਤੀ ਠੀਕ ਹੋਣੀ ਚਾਹੀਦੀ ਹੈ, ਉਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ, ਨਾ ਕਿ ਇਹਨੂੰ ਕਿ ਜੀ ਅਪੋਜੀਸ਼ਨ ਦਾ ਕੰਮ ਹੀ ਹੈ ਕ੍ਰਿਟੀਸਾਈਜ਼ ਕਰਨਾ। ਉਸ ਤਰੀਕੇ ਨਾਲ ਨਾ ਲਿਆ ਜਾਵੇ। ਜਿੱਥੇ ਗਲਤ ਰੁਝਾਨ ਹੈਗਾ ਉਹਨੂੰ ਫੌਰੀ ਤੌਰ 'ਤੇ ਕਾਬੂ ਕਰਨ ਦੀ ਜ਼ਰੂਰਤ ਹੈ। ਜਿਹੜੇ ਚੰਗੇ ਰੁਝਾਨ ਹੈ ਉਹਨਾਂ ਨੂੰ ਲੋਕ ਵੈਲਕਮ ਵੀ ਕਰ ਰਹੇ ਆ।
ਵੱਖ-ਵੱਖ ਰਾਸੀ ਤਰ੍ਹਾਂ ਦੇ ਲੋਕ ਵੀ ਆ ਜਿਹੜੇ ਕਹਿੰਦੇ ਜਿਹੜੇ ਚੰਗੇ ਬਦਲਾਅ ਆਏ ਆ ਉਹ ਕਹਿੰਦੇ ਅਸੀਂ ਵੀ ਖੁਸ਼ ਹਾਂ ਇਹਦੇ ਤੋਂ। ਜੀ ਬਿਲਕੁਲ, ਤੇ ਅਗਲੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਔਨ 에ਅਰ ਤੁਸੀਂ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜੀ, ਗੁਰਜੀਤ ਕੌਰ ਜੀ। ਜੀ 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 ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਜੀਤ ਢਿੱਲੋਂ ਬੋਲਦੀ ਸੀ ਕੈਲਗਰੀ ਤੋਂ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਿੱਧੂ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਨਾ ਤੁਹਾਡਾ ਪ੍ਰੋਗਰਾਮ ਹਮੇਸ਼ਾ ਸੁਣਦੀ ਹਾਂ, ਵੈਸੇ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹੈ, ਬੜੇ ਵਧੀਆ ਵਿਚਾਰ ਤੁਸੀਂ ਦਿੰਦੇ ਹੋ, ਲੋਕਾਂ ਨੂੰ ਅਵੇਅਰ ਕਰਦੇ ਹੋ ਜੀ। ਤੇ ਅੱਜ ਤਾਂ ਮੈਂ ਸੁਣ ਰਹੀ ਸੀਗੀ ਤੇ ਉਹ ਵਾਕਈ ਜਿਹੜੇ ਮੇਰੇ ਤੋਂ ਪਹਿਲਾਂ ਜਿਹੜੇ ਕਾਲਰ ਨੇ ਕਾਫੀ ਗੱਲਾਂ ਵਧੀਆ ਕਹੀਆਂ ਨੇ, ਜਿਵੇਂ ਕਿ ਉਹਨਾਂ ਨੂੰ ਕੁੰਵਰ ਪ੍ਰਤਾਪ ਸਿੰਘ ਨੂੰ ਮਤਲਬ ਪੋਸਟ ਵਧੀਆ ਦੇਣੀ ਚਾਹੀਦੀ ਹੈ ਹਨਾ, ਤੇ ਅਮਨ ਅਰੋੜਾ ਜੀ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਜੀ। ਤੇ ਵਾਕਈ ਵੈਸੇ ਜਿੱਦਾਂ ਲੋਕਾਂ ਨੇ ਇਹਨਾਂ ਨੂੰ ਮੈਂਡੇਟ ਇੰਨਾ ਵਧੀਆ ਦਿੱਤਾ ਹੈ ਹਨਾ, ਸਟੇਬਲ ਇਹਨਾਂ ਨੇ ਸਰਕਾਰ ਬਣਾਈ ਹੈ, ਤੇ ਇਹਨਾਂ ਨੂੰ ਚਾਹੀਦਾ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਮਤਲਬ ਗੱਲਾਂ ਨੇ ਉਹ ਪੂਰੀਆਂ ਹੋ ਸਕਣ, ਜੋ ਵੀ ਉਹਨਾਂ ਨੇ ਸੋਚ ਕੇ ਇਹਨਾਂ ਨੂੰ ਵੋਟਾਂ ਪਾਈਆਂ ਹਨਾ। ਤੇ ਮੈਂ ਹਾਲੇ ਕਿਉਂਕਿ ਅਸੀਂ ਰਿਸ਼ਤੇਦਾਰਾਂ ਨਾਲ ਗੱਲਾਂ ਕਰਦੇ ਹੀ ਰਹਿੰਦੇ ਹਾਂ, ਹਾਲੇ ਕੋਈ ਗਰਾਊਂਡ ਲੈਵਲ ਤੇ ਇੰਨਾ ਵਧੀਆ ਕੋਈ ਕੰਮ ਹੀ ਕਰ ਨਹੀਂ ਰਹੇ, ਕਿਉਂਕਿ ਅਸੀਂ ਉੱਧਰ ਹੈਗੇ ਹਾਂ ਗੁਰਦਾਸਪੁਰ ਸਾਈਡ ਦੇ ਜੀ। ਇੱਕ ਤਾਂ ਨਸ਼ੇ ਦਾ ਬਹੁਤ ਜ਼ਿਆਦਾ ਉੱਧਰ ਹੈਗਾ, ਕਿਉਂਕਿ ਘਰ ਘਰ ਦੇ ਵਿੱਚ ਬੱਚੇ ਮਤਲਬ ਕਿ ਸਾਡੇ ਨਾਲ ਦੇ ਕੋਈ ਮਤਲਬ ਆਪਣੇ ਹੈਗੇ ਬੜੇ ਕਲੋਜ਼ ਹੈਗੇ ਰਿਲੇਟਿਵ ਜਿਨ੍ਹਾਂ ਦੇ ਬੱਚੇ ਮਤਲਬ ਖਤਮ ਹੋ ਗਏ ਪਰਿਵਾਰ ਚੋਂ ਹਨਾ, ਤੇ ਇੱਕੋ ਰਹਿ ਗਿਆ ਉਹ ਵੀ ਮਤਲਬ ਨਸ਼ੇ 'ਚ ਇੰਨਾ ਧੁੱਤ ਹੈ ਕਿ ਬੁਰੇ ਹਾਲ ਨੇ, ਉੱਥੇ ਆਮ ਮਿਲਦਾ ਹੈ, ਬੱਚੇ ਦਾ ਬੁਰਾ ਹਾਲ ਹੈ ਹਨਾ। ਤੇ ਇਹਨਾਂ ਨੂੰ ਕੋਈ ਏਦਾਂ ਦੇ ਨਸ਼ੇ ਵਾਸਤੇ ਇਹਨਾਂ ਨੂੰ ਕੋਈ ਏਦਾਂ ਦੇ ਬਣਾਉਣੀ ਚਾਹੀਦੀ ਹੈ ਸੰਸਥਾਨ ਬਣਾਉਣ, ਤਾਂ ਕਿ ਉਹ ਜਿਹੜੇ ਬੱਚੇ ਉੱਥੋਂ ਦੇ ਏਰੀਏ ਦੇ ਹੈਗੇ ਨੇ ਉਹਨਾਂ ਦਾ ਟ੍ਰੀਟਮੈਂਟ ਪ੍ਰੋਪਰ ਹੋਵੇ ਤੇ ਉਹਨਾਂ ਦੀ ਕੋਈ ਲਾਈਫ ਸੇਫ ਹੋ ਸਕੇ ਹਨਾ। ਇਹ ਗਰਾਊਂਡ ਲੈਵਲ ਤੇ ਇਹਨਾਂ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ, ਕਿਉਂਕਿ ਆਮ ਲੋਕ ਜਿਹੜੇ ਨਾ ਬਹੁਤ ਦੁਖੀ ਨੇ, ਇੱਕ ਤਾਂ ਮਹਿੰਗਾਈ ਬੜੀ ਹੈ, ਇੱਕ ਨਸ਼ਾ ਬਹੁਤ ਹੈ, ਸੋ ਇਹਨਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਚਾਹੀਦਾ। ਤੇ ਤੁਸੀਂ ਬਹੁਤ ਵਧੀਆ ਅਵੇਅਰ ਕਰ ਰਹੇ ਹੋ, ਤੇ ਵੈਸੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ, ਜੇ ਨਹੀਂ ਕੰਮ ਕਰ ਰਹੇ ਤਾਂ ਇਹਦੇ ਲਈ ਪ੍ਰੋਟੈਸਟ ਕਰਨਾ ਚਾਹੀਦਾ। ਸੋ ਥੈਂਕ ਯੂ ਸੋ ਮਚ। ਮੇਰੇ ਇਹੀ ਵਿਚਾਰ। ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਕੀਤੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਹੈ ਜਿਹੜੀ ਡ੍ਰੌਪ ਹੋ ਗਈ ਹੈ। ਤਾਂ ਸਿੱਧੂ ਸਾਹਿਬ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਕਰ ਰਹੇ ਹਾਂ, ਤਾਂ ਜਿਸ ਤਰੀਕੇ ਦੇ ਨਾਲ ਮੈਮ ਦਾ ਫੋਨ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਗੁਆਂਢੀਆਂ ਦੀ ਹਾਲਤ ਹੈ ਜਿਹੜੀ ਬਦ ਤੋਂ ਬੱਤਰ ਹੋ ਗਈ ਹੈ ਨਾ। ਤਾਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਇੱਕ ਸਮਾਂ ਹੁੰਦਾ ਸੀ ਜਦੋਂ ਫੇਮ ਭੁੱਕੀ ਦੀ ਖੇਤੀ ਹੁੰਦੀ ਸੀ ਨਾ, ਲੋਕ ਫੇਮ ਭੁੱਕੀ ਖਾ ਕੇ, ਬੇਸ਼ੱਕ ਅਸੀਂ ਕਿਸੇ ਜਿਹੜਾ ਨਸ਼ੇ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਨਸ਼ੇ ਕਰਨਾ ਬਹੁਤ ਚੰਗੀ ਗੱਲ ਹੈ, ਪਰ ਇੱਕ ਗੱਲ ਕਰਾਂਗੇ ਕਿ ਉਸ ਟਾਈਮ ਤੇ ਲੋਕ ਮਿਹਨਤ ਕਰਦੇ ਸੀ, ਉਸ ਟਾਈਮ ਤੇ ਲੋਕ ਕੰਮ ਕਰਦੇ ਸੀ। ਪਰ ਅੱਜ ਦੇ ਜਿਹੜੇ ਮੈਡੀਕਲ ਨਸ਼ੇ ਨੇ ਇਹਨਾਂ ਨੇ ਲੋਕਾਂ ਨੂੰ ਨਕਾਰਾ ਬਣਾ ਕੇ ਰੱਖ ਦਿੱਤਾ, ਮਾਵਾਂ ਦੀਆਂ ਕੁੱਖਾਂ ਨੇ ਜਿਹੜੀਆਂ ਉਜਾੜ ਦਿੱਤੀਆਂ। ਸਰਕਾਰਾਂ ਵੱਲੋਂ ਬੇਸ਼ੱਕ ਕਿ ਜਿਹੜੇ ਸੀਗੇ ਨਸ਼ਾ ਛੁਡਾਓ ਕੇਂਦਰ ਖੋਲ੍ਹੇ ਗਏ, ਪਰ ਉੱਥੇ ਵੀ ਦੇਖਣ ਦੇ ਵਿੱਚ ਇਹ ਆਇਆ ਕਿ ਫੇਮ ਭੁੱਕੀ ਤਾਂ ਉਹ ਛੱਡ ਗਏ, ਜਿਹੜੇ ਫੇਮ ਭੁੱਕੀ ਖਰੀਦ ਕੇ ਲੈ ਕੇ ਆਉਂਦੇ ਸੀਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ, ਉਹਨਾਂ ਦੇ ਕੇਸ ਪਾ ਦਿੱਤੇ ਜਾਂਦੇ ਸੀ। ਪਰ ਮੈਡੀਕਲ ਨਸ਼ੇ, ਗੋਲੀਆਂ, ਇਹ ਸਮੈਕ ਵਗੈਰਾ ਜਾਂ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਨੇ ਜਿਹੜੇ ਆਮ ਸੜਕਾਂ ਤੇ ਮਿਲਦੇ ਨੇ, ਕਈ ਨਸ਼ੇ ਇੱਦਾਂ ਦੇ ਨੇ ਜਿਹੜੇ 10-10, 20-20 ਰੁਪਏ ਦੇ ਵਿੱਚ ਵੀ ਮਿਲਦੇ ਨੇ, ਪਰ ਲੋਕ ਮੌਤਾਂ ਜਿਹੜੀਆਂ ਨੇ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਨੇ। ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਨੇ ਵੀ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਅਜਿਹੀਆਂ ਦਵਾਈਆਂ ਚਲਾ ਦਿੱਤੀਆਂ ਨੇ ਕਿ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਜੇ ਜੀਭ ਤੇ ਰੱਖੋ ਤਾਂ ਉਸ ਤੋਂ ਬਾਅਦ ਬੰਦੇ ਨੂੰ ਕਿਸੇ ਵੀ ਖਾਣ ਦੀ ਲੋੜ ਨਹੀਂ ਪੈਗੀ। ਪਰ ਉਹ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੀ ਲੋਕਾਂ ਨੂੰ ਇੰਨੀ ਆਦਤ ਪੈ ਗਈ ਹੈ ਕਿ ਇੰਨੇ ਮਹਿੰਗੇ ਮਹਿੰਗੇ ਨਸ਼ੇ ਕਰ ਰਹੇ ਨੇ ਉਹ ਵੀ ਇੱਕ ਤਰੀਕੇ ਦਾ ਨਸ਼ਾ ਹੈ, ਜਿਸ ਨੂੰ ਸਟਾਰਟਿੰਗ ਦੇ ਵਿੱਚ ਮੈਂ ਇੱਕ ਕਵਰ ਕੀਤੀ ਸੀ ਸਟੋਰੀ, ਜਿਸ ਦੀ ਮੈਨੂੰ ਯਾਦ ਆ ਗਈ ਹੈ ਕਿ ਸਟਾਰਟਿੰਗ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਗੋਲੀਆਂ ਨੇ ਜੀ ਜਿਹੜੇ ਤੁਹਾਡਾ ਸਭ ਨਸ਼ਾ ਛੁਡਾ ਦੇਣਗੀਆਂ, ਪਰ ਉਸ ਗੋਲੀਆਂ ਤੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਲਾ ਦਿੱਤਾ ਜਾਂਦਾ ਕਿ ਬੰਦਾ ਦਿਨ ਦੇ ਵਿੱਚ 3 ਟਾਈਮ ਖਾਣ ਨਾਲੋਂ 5 ਟਾਈਮ ਲੱਗ ਜਾਂਦਾ, 6 ਟਾਈਮ ਲੱਗਦਾ। ਹੁਣ ਤਾਂ ਉਹ ਜਿਵੇਂ ਆਪਾਂ ਕਹਿੰਦੇ ਕੈਂਡੀ ਖਾਂਦੇ ਆਪਾਂ ਨਾ, ਟੌਫੀਆਂ ਚੂਸਦੇ ਆ, ਤਾਂ ਉਹੀ ਲੋਕਾਂ ਨੂੰ ਆਦਤ ਬਣ ਗਈ ਹੈ ਤੇ ਉਹ ਲੋਕਾਂ ਨੂੰ ਸਰੀਰਕ ਪੱਖੋਂ ਬਹੁਤ ਜ਼ਿਆਦਾ ਨੁਕਸਾਨ ਦੇ ਰਹੀ ਹੈ ਜੀ। ਤਾਂ ਸਰਕਾਰ ਨੂੰ ਇਸ ਪੱਖੋਂ ਵੀ ਚਾਹੀਦਾ ਕਿ ਪਿੱਛੇ ਜੇ ਗੱਲ ਉੱਠੀ ਸੀ ਕਿ ਮੈਡੀਕਲ ਏਜੰਸੀਆਂ ਨੂੰ ਵਧਾਉਣ ਦੇ ਲਈ ਜਾਂ ਫਿਰ ਫੈਕਟਰੀਆਂ ਨੂੰ ਦਵਾਈਆਂ ਵਾਲੀਆਂ ਫੈਕਟਰੀਆਂ ਨੂੰ ਚਲਾਉਣ ਦੇ ਲਈ, ਕਿਉਂਕਿ ਉਹ ਸਾਰਾ ਕੁਝ ਵਿਧਾਇਕਾਂ ਦੇ ਅੰਡਰ ਆਉਂਦਾ ਹੈ, ਕਿ ਉਹਨਾਂ ਨੂੰ ਜ਼ਿਆਦਾ ਵਧਾਵਾ ਦੇਣ ਦੇ ਲਈ ਇਹ ਕੰਮ ਨੇ ਜਿਹੜੇ ਉਹ ਕੀਤੇ ਜਾਂਦੇ ਨੇ। ਵੀ ਲੋਕਾਂ ਨੂੰ ਇਹ ਲੱਗਦਾ ਹੈ ਵੀ ਨਸ਼ਾ ਛੁਡਾਇਆ ਜਾ ਰਿਹਾ ਹੈ, ਪਰ ਉਹਨਾਂ ਨੂੰ ਮੈਡੀਕਲ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ, ਜਿਸ ਤੇ ਗੱਲ ਕਰਨੀ ਮੈਨੂੰ ਲੱਗਦਾ ਬਣਦੀ ਹੈ। ਨਵਦੀਪ ਦੇਖੋ, ਸਾਡੇ ਕਾਲਰਸ ਨੇ ਵੀ 2 ਮੁੱਦਿਆਂ ਦੇ ਉੱਤੇ, ਜਿੱਦਾਂ ਆਪਾਂ ਨਸ਼ੇ ਦੀ ਗੱਲ ਕੀਤੀ ਹੈ, ਹੁਣ ਜਿਹੜੇ ਪਿਛਲੇ ਕਾਲਰ ਨੇ ਨਸ਼ਿਆਂ ਦੇ ਉੱਤੇ ਕਿੱਦਾਂ ਕਿੱਡੀ ਵੱਡੀ ਉਹਨਾਂ ਨੇ ਗੁਰਦਾਸਪੁਰ ਦੀ ਗੱਲ ਕੀਤੀ ਹੈ, ਤਰਾਸਦੀ ਜਿਹੜੀ ਹੈਗੀ ਹੈ। ਇੱਦਾਂ ਆਪਣੇ ਕਾਲਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ। ਮੁੱਦੇ ਤਾਂ ਹੋਰ ਵੀ ਪੰਜਾਬ ਦੇ ਵੱਡੇ ਹੈਗੇ ਆ, ਪਰ ਜਿਨ੍ਹਾਂ ਮੁੱਦਿਆਂ ਤੇ ਚਰਚਾ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਦੀ ਗੱਲ ਕਰ ਲਈਏ।
ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਵੀ ਕੇਜਰੀਵਾਲ ਜਦੋਂ ਪੰਜਾਬ 'ਚ ਆਏ ਸੀ ਤਾਂ ਉਹਨਾਂ ਦੀ ਵੀਡੀਓ ਇੱਕ ਬੜੀ ਵਾਇਰਲ ਹੋ ਰਹੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜੇ ਤਾਂ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹੈ ਸਾਨੂੰ ਮੌਕਾ ਮਿਲੇਗਾ ਤਾਂ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਦੋਸ਼ੀ ਸਾਹਮਣੇ ਲਿਆ ਦਾਂਗੇ। ਹੁਣ ਵੱਡੀ ਗਿਣਤੀ ਜਿੱਦਾਂ ਆਪਾਂ ਕਹਿ ਰਹੇ ਹਾਂ ਬਹੁਤ ਵੱਡਾ ਹਲਾਰਾ ਦਿੱਤਾ ਹੈ ਆਪ ਨੂੰ, ਸਰਕਾਰ ਬਣ ਕੇ ਆਈ ਹੈ, ਸਰਕਾਰ ਵੀ ਕੋਈ ਛੋਟੀ ਮੋਟੀ ਨਹੀਂ 92 ਸੀਟਾਂ ਨਾਲ। ਸੋ ਇਸ ਕਰਕੇ ਲੋਕਾਂ ਦੀ ਤਵੱਕੋ, ਲੋਕਾਂ ਦੀਆਂ ਉਮੀਦਾਂ ਬਣੀਆਂ ਇਸ ਗੱਲ ਦੇ ਉੱਤੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲਿਆ ਤਾਂ ਉਸ ਮੁੱਦੇ ਦੇ ਉੱਤੇ ਸੰਜੀਦਗੀ ਦੇ ਨਾਲ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਕਰਕੇ ਨਹੀਂ ਕਿ ਵੀ ਆਪ ਦੇ ਉੱਤੇ ਕੋਈ ਸਵਾਲ ਉੱਠ ਰਿਹਾ ਹੈ, ਸਰਕਾਰਾਂ ਦੇ ਜਿਹੜੇ ਕਿਰਦਾਰ ਹੈ ਨਵਦੀਪ ਉਹਨਾਂ ਤੇ ਸਵਾਲ ਉੱਠ ਰਿਹਾ। ਦੇਖੋ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ, ਉਹਨਾਂ ਨੇ ਆਪਣੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਸਾਰੇ ਸੋਚਦੇ ਕਿ ਅਕਾਲੀ ਦਲ ਲਈ ਇਸ ਤੋਂ ਵੱਡਾ ਕੋਈ ਮੁੱਦਾ ਹੋ ਨਹੀਂ ਸੀ ਸਕਦਾ, ਜਿਹਦੀ ਉਹਨਾਂ ਨੂੰ ਸਜ਼ਾ ਵੀ ਭੁਗਤਣੀ ਪੈ ਰਹੀ ਹੈ ਅੱਜ ਦੇ ਸਮੇਂ 'ਚ ਕਿ ਨਹੀਂ ਕਰ ਸਕੇ। ਉਹ ਸਰਕਾਰ ਚਲੀ ਗਈ, ਕੈਪਟਨ ਅਮਰਿੰਦਰ ਸਾਹਿਬ ਆਏ, ਆਪ ਤਾਂ ਮੁੜ ਕੇ ਆਪਣੀ ਬੇੜੀ ਲੈ ਕੇ ਜਿਹੜੇ ਭਾਜਪਾ ਦੇ ਸਮੁੰਦਰ ਚਲੇ ਗਏ, ਪਤਾ ਨਹੀਂ ਉੱਥੇ ਗੋਤੇ ਖਾਂਦੇ ਆ ਕੀ ਹਾਲਤ ਉਹਨਾਂ ਦੀ ਹੋਏਗੀ, ਉਹ ਵੱਖਰਾ ਮੁੱਦਾ ਹੈਗਾ। ਤੇ ਪਰ 4.5 ਸਾਲ ਕੈਪਟਨ ਅਮਰਿੰਦਰ ਨੇ ਜਿਸ ਤਰ੍ਹਾਂ ਪੰਜਾਬੀਆਂ ਦੇ ਨਾਲ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ, ਵਾਅਦੇ ਕੀਤੇ, 4.5 ਸਾਲ ਬਾਅਦ ਉਹ ਭਾਈ ਸਾਹਿਬ ਇੱਦਾਂ ਹੀ ਇਸ ਮੁੱਦੇ ਤੇ ਛੱਡ ਕੇ ਚਲੇ ਗਏ, ਕੋਈ ਕਾਰਵਾਈ ਨਹੀਂ ਕੀਤੀ। ਹੁਣ ਦੂਜਿਆਂ ਨੂੰ ਸੁਨੇਹੇ ਤੇ ਮੈਸੇਜ ਜ਼ਰੂਰ ਦਿੰਦੇ ਆ ਕਿ ਆਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਜਦੋਂ ਆਪਣਾ ਸਮਾਂ ਸੀ ਲੰਬਾ ਸਮਾਂ, ਉਦੋਂ ਤੁਸੀਂ ਕੀ ਕੀਤਾ? ਹੁਣ ਇਸੇ ਤਰੀਕੇ ਨਾਲ ਜਿਵੇਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਜਦੋਂ ਗੱਲ ਕਰਦੇ ਆ, ਇਹ ਨਹੀਂ ਕਿ ਐਕਚੁਅਲੀ ਕੀ ਹੈ ਕਿ ਸਾਡੇ ਪੋਲੀਟੀਕਲ ਸਿਸਟਮ 'ਚ ਨਵਦੀਪ ਬੜਾ ਇਹ ਇੱਕ ਡਰਾਬੈਕ ਕਹਿ ਲਓ ਜਾਂ ਇੱਕ ਇਸ ਤਰ੍ਹਾਂ ਦਾ ਸਿਸਟਮ ਬਣ ਗਿਆ ਕਿ ਜਦੋਂ ਵੀ ਲੋਕ ਕੋਈ ਤੁਹਾਨੂੰ ਸਵਾਲ ਕਰਦੇ ਆ, ਪੁੱਛਦੇ ਆ, ਤਾਂ ਹਮੇਸ਼ਾ ਇਹ ਕਿਹਾ ਜਾਂਦਾ ਕਿ ਜੀ ਇਹ ਪੋਲੀਟੀਕਲ ਤੌਰ 'ਤੇ ਅਟੈਕ ਕੀਤਾ ਜਾ ਰਿਹਾ, ਵਿਰੋਧੀ ਕਰਦੇ ਆ। ਚਲੋ ਵਿਰੋਧੀਆਂ ਦਾ ਕੰਮ ਹੈ ਕਰਨਾ, ਪਰ ਜਿਹੜੇ ਆਮ ਲੋਕ ਹੈ ਹੁਣ ਆਪਣੇ ਨਾਲ ਜਿਹੜੇ ਕਾਲਰ ਜੁੜੇ ਆ, ਆਪਾਂ ਉਹ ਤਾਂ ਕਹਿ ਨਹੀਂ ਸਕਦੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਜੁੜੇ ਆ। ਜੇ ਉਹ ਇਹ ਕਾਲਰ ਕਹਿ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੁੱਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਜੇ ਨਸ਼ਿਆਂ ਦੇ ਮੁੱਦੇ ਦੀ ਨਵਦੀਪ ਜੇ ਪਿਛਲੇ 5-4 ਦਿਨਾਂ ਦੀਆਂ ਗੱਲਾਂ ਹੀ ਆਪਾਂ ਮੀਡੀਆ 'ਚ ਚੁੱਕ ਕੇ ਦੇਖ ਲਈਏ ਤਾਂ ਆਏ ਦਿਨ ਕੋਈ ਨਾ ਕੋਈ ਜਿਹੜਾ ਗਾ ਨੌਜਵਾਨ ਹੈ ਉਹ ਨਸ਼ੇ ਦੀ ਭੇਂਟ ਚੜ੍ਹਦਾ। ਕਿਤੇ ਆਂਦਾ ਜੀ ਸਿਰਿੰਜ ਉਹਦੀ ਬਾਂਹ 'ਚ ਲੱਗੀ ਮਿਲੀ ਹੈ, ਕਿਤੇ ਆਂਦਾ ਕਿਸੇ ਜਗ੍ਹਾ ਤੇ ਡਿੱਗਿਆ ਪਿਆ। ਇੱਕ ਕੋਈ ਨੌਜਵਾਨ ਬਾਰੇ ਦੱਸਿਆ ਜਾ ਰਿਹਾ ਸੀਗਾ, ਕੋਈ ਚੰਡੀਗੜ੍ਹ ਸੀ, ਚੰਡੀਗੜ੍ਹ ਤੋਂ ਕੁਝ ਦਿਨਾਂ ਲਈ ਆਪਣੇ ਪਿੰਡ ਗਿਆ ਤੇ ਉੱਥੇ ਪਿੰਡ ਜਾ ਕੇ ਫਿਰ ਜਿਹੜੇ ਉਹ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਆ ਉਹਨਾਂ ਦੀ ਗ੍ਰਿਫਤ 'ਚ ਆ ਗਿਆ, ਨਸ਼ਾ ਓਵਰਡੋਜ਼ ਜਿਹੜੀ ਹੈਗੀ ਹੋ ਗਈ ਤੇ ਉਹਦੀ ਡੈਥ ਹੋ ਗਈ। ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਹੁਣ ਇਹਨਾਂ ਨੂੰ ਕਾਬੂ ਕਰਨਾ ਕਿਹਨੇ ਕਰਨਾ ਹੈ? ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ। ਜੇ ਤੁਸੀਂ ਵਾਅਦਾ ਕਰਕੇ ਆਏ ਹੋ ਕਿ ਇੱਦਾਂ ਦਾ ਜਿਹੜਾ ਡਰੱਗਸ ਵਾਲੇ ਹੈਗੇ ਆ, ਜਿਹੜੇ ਨਸ਼ਿਆਂ ਦੇ ਵਪਾਰੀ ਹੈਗੇ ਆ, ਉਹਨਾਂ ਨੂੰ ਕਾਬੂ ਕੀਤਾ ਜਾਏਗਾ, ਜਦੋਂ ਇਹ ਕੁਝ ਗੱਲਾਂ ਸਾਹਮਣੇ ਆਉਣਗੀਆਂ ਤਾਂ ਹੀ ਸੁਧਾਰ ਦੀ ਗੱਲ ਆਪਾਂ ਕਹਿ ਸਕਦੇ ਹਾਂ ਨਾ। ਸੋ ਸਰਕਾਰ ਨੂੰ ਫੌਰੀ ਤੌਰ 'ਤੇ ਇਹਨਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਸਮਾਂ ਲੰਬਾ ਕਰਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਹਰ ਗੱਲ ਦੇ ਉੱਤੇ ਸਮਾਂ ਲੰਬਾ ਦਿਓਗੇ। ਲੋਕ ਨਤੀਜਿਆਂ ਦੀ ਆਸ ਵੀ ਨਵਦੀਪ ਕਰਦੇ ਆ। ਜੀ ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਸਰਿੰਜਾਂ ਵੀ ਬਾਹਾਂ 'ਚ ਰਹਿ ਜਾਂਦੀਆਂ ਨੇ, ਤਾਂ ਮੈਨੂੰ ਚੇਤੇ ਆ ਗਿਆ 2-3 ਦਿਨ ਪਹਿਲਾਂ ਦੀ ਗੱਲ ਹੈ, ਮੈਂ ਇੱਕ ਵੀਡੀਓ ਦੇਖ ਰਹੀ ਸੀ ਜਿਸ ਵਿੱਚ ਇੱਕ ਮਾਂ ਬਹੁਤ ਵਿਰਲਾਪ ਕਰ ਰਹੀ ਸੀ, ਚਿੰਗਾੜਾ ਪਾਇਆ ਹੋਇਆ ਸੀ, ਜਿਸ ਦੇ ਵਿੱਚ ਉਹ ਕਹਿ ਰਹੀ ਸੀ ਕਿ ਕਿਹੜੀ ਪੁਲਿਸ ਨੂੰ ਜਾ ਕੇ ਦੱਸੀਏ, ਕੀ ਕਰੀਏ, ਅਸੀਂ ਸਭ ਕੁਝ ਦੱਸ ਕੇ ਦੇਖ ਲਿਆ ਪਰ ਕੋਈ ਪੁਲਿਸ ਸਾਡੀ ਨਹੀਂ ਸੁਣਦੀ। ਤਾਂ ਉਹ ਚੀਕ ਕੇ ਕਹਿ ਰਹੀ ਹੈ ਕਿ ਪੁਲਿਸ ਉਦੋਂ ਆਊਗੀ ਜਦੋਂ ਮੇਰਾ ਪੁੱਤ ਮਰ ਗਿਆ ਤੇ ਮੇਰੇ ਮਰੇ ਹੋਏ ਪੁੱਤ ਦੀਆਂ ਨਸਾਂ ਚੋਂ ਸਿਰਿੰਜ ਕੱਢੂਗੀ। ਇਹ ਗੱਲ ਸੁਣ ਕੇ ਨਾ ਬੜਾ ਰੌਂਗਟੇ ਖੜੇ ਹੁੰਦੇ ਸੀ ਕਿ ਲੋਕ ਕਹਿੰਦੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਜਿਹੜੇ ਪੁਲਿਸ ਹੈ ਉਹ ਡਿਪਾਰਟਮੈਂਟ ਤੁਹਾਡੇ ਲਈ ਬਣਾਏ ਗਏ ਨੇ, ਤੁਸੀਂ ਉਹਨਾਂ ਨੂੰ ਦੱਸੋ। ਪਰ ਕਿਤੇ ਨਾ ਕਿਤੇ ਮਿਲੀ ਭੁਗਤ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਕਿ ਉਸੇ ਪਿੰਡ ਦੇ ਵਿੱਚ, ਉਸੇ ਏਰੀਆ ਦੇ ਵਿੱਚ, ਉਸੇ ਗਲੀ ਮੁਹੱਲੇ ਦੇ ਵਿੱਚ ਸਭ ਕੁਝ ਹੋ ਰਿਹਾ ਹੁੰਦਾ, ਹੋਣ ਦੇ ਬਾਵਜੂਦ ਪਤਾ ਹੁੰਦਾ ਕੌਣ ਕਰ ਰਿਹਾ, ਪਰ ਫਿਰ ਵੀ ਇਹਨਾਂ ਚੀਜ਼ਾਂ ਨੂੰ ਨੱਥ ਨਹੀਂ ਪਾਈ ਜਾਂਦੀ। ਤਾਂ ਅਗਲੇ ਕਾਲਰ ਵੀ ਸਾਡੇ ਨਾਲ ਬਣ ਕੇ ਨਹੀਂ ਸੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਪਿਛਲੇ 1 ਸਾਲ ਦੀਆਂ ਰਿਪੋਰਟਾਂ ਚੱਕ ਲੈਣੇ ਜੀ ਵੀ ਅਤਲਾ ਜਿਵੇਂ ਮੱਧ ਪ੍ਰਦੇਸ਼ ਤੋਂ ਆਉਂਦਾ ਸੀਗਾ, ਨਸ਼ਾ ਯੂਪੀ ਤੋਂ ਆਉਂਦਾ ਸੀਗਾ, ਜਿਹੜੇ ਪਿਸਟਲ ਦੇ ਮੱਧ ਪ੍ਰਦੇਸ਼ ਤੋਂ ਆਉਂਦੇ ਨੇ, ਤੇ ਸਰ ਉਹਦੇ ਅਕੋਰਡਿੰਗ ਅੱਗੇ ਜਾਂਚ ਹੋਣੀ ਚਾਹੀਦੀ ਹੈ। ਹੁਣ ਤੁਸੀਂ ਦੇਖੋ ਵੀ ਕਿੰਨੀ ਸ਼ਰਾਰਤ ਵਾਲੀ ਗੱਲ ਹੈ, ਜਿੰਨੀ ਦੇਰ ਚੋਣ ਕਮਿਸ਼ਨ ਦੇ ਅੰਡਰ ਰਿਹਾ ਪੰਜਾਬ, ਉਨੀ ਦੇਰ ਜੇ ਵਾਰਦਾਤਾਂ ਹੋਈਆਂ ਜ਼ਿਆਦਾ ਤੇ ਉਨੀ ਦੇਰ ਚ BM ਵਰਗੇ ਫੈਸਲੇ, ਸਿਟਕੋ ਵਰਗੇ ਫੈਸਲੇ ਹੋਏ ਜਿੰਨੀ ਦੇਰ ਚੋਣ ਕਮਿਸ਼ਨ ਦੇ ਅੰਡਰ ਰਿਹਾ ਜੀ। ਤੇ ਉਹਦੇ ਬਾਅਦ ਆ ਦੇਖੋ ਵੀ ਜਿਹੜਾ ਹੁਣ ਖਾਲਿਸਤਾਨ ਦੇ ਪੋਸਟਰ ਲਾਉਣਾ ਹਿਮਾਚਲ ਰੋਡ ਤੇ ਇਹ ਵੀ ਇੱਕ ਸ਼ਰਾਰਤੀ ਏਜੰਸੀਆਂ ਦੀ ਕਾਰਵਾਈ ਹੈ। ਇਹਦੇ ਵਿੱਚ ਤਾਂ ਐਕਟਿਵ ਹੋਣਾ ਪਊਗਾ। ਜਿਹੜਾ SSP ਹੈ ਜ਼ਿਲ੍ਹੇ ਦਾ, ਉਹਨੂੰ ਰਿਸਪੌਂਸੀਬਲ ਬਣਾਉਣਾ ਚਾਹੀਦਾ ਵੀ ਜੇ ਤੇਰੇ ਹਲਕੇ 'ਚ ਕੋਈ ਵਾਰਦਾਤ ਹੋਊਗੀ ਤੂੰ ਅੰਦਰ ਆ। ਦੇਖੋ ਪੁਲਿਸ ਸੁਸਤ ਹੋ ਗਈ, ਜਿੱਦਾਂ ਸਰਕਾਰ ਆਈ ਹੈ ਪੁਲਿਸ ਲਾ ਕੇ ਹੁਣ ਫਾਰਮੈਲਿਟੀ ਕਰਨ, ਕੋਈ ਆਪਣਾ ਟਾਈਮ ਪਾਸ ਕਰੋ ਤੇ ਜਾਓ। ਇਹਨਾਂ ਨੂੰ ਐਂ ਲੱਗਦਾ ਵੀ ਤਨਖਾਹ ਸਾਨੂੰ ਫਰੀ ਦੀ ਮਿਲਦੀ ਹੈ ਤੇ ਇਹਨਾਂ ਨੂੰ ਕੰਮ ਲੈਣਾ ਚਾਹੀਦਾ ਵੀ ਜੇ ਤਾਂ ਸਾਨੂੰ ਪੈਸੇ ਮਿਲਦੇ ਆ ਫਿਰ ਤਾਂ ਪੁਲਿਸ ਤੁਰੀ ਫਿਰਦੀ, ਜੇ ਨਹੀਂ ਮਿਲਦੇ ਤਾਂ ਪੁਲਿਸ ਸੁਸਤ ਹੋ ਗਈ, ਪੁਲਿਸ ਕੋਟਾ 'ਚ ਫੜ ਕੇ ਬਹਿ ਗਈ।
ਇਹਨਾਂ ਨੂੰ ਖੁੱਡੇ ਚੋਂ ਕੱਢਣਾ ਚਾਹੀਦਾ, ਬਾਹਰ ਕੱਢ ਕੇ ਬਾਹਰ ਪੂਰੀ ਐਕਟੀਵਿਟੀ ਉੱਤੇ ਨਿਗਾਹ ਰੱਖਣੀ ਚਾਹੀਦੀ ਹੈ। ਤੇ ਜਿਵੇਂ ਮੱਧ ਪ੍ਰਦੇਸ਼ ਤੋਂ ਜਾਂ ਬਾਹਰਲੇ ਸਟੇਟਾਂ ਤੋਂ ਅਸਲਾ ਆਉਂਦਾ, ਨਸ਼ਾ ਆਉਂਦਾ, ਉਹਤੇ ਰੋਕ ਲੱਗਣੀ ਚਾਹੀਦੀ ਹੈ। ਜਦ ਤੱਕ ਟਿਕਟ ਨਹੀਂ ਹੁੰਦੇ, SSP ਦੇ ਖਿਲਾਫ ਕਾਰਵਾਈ ਨਹੀਂ ਹੁੰਦੀ 2-4 ਦੇ, ਜਦ ਤੱਕ ਕੋਈ ਕੰਮ ਨਹੀਂ ਹੋ ਸਕਦਾ। ਜੇ SSP ਸਖਤ ਹੋ ਜੇ, DC ਸਖਤ ਹੋ ਜੇ, ਤਾਂ ਥੱਲੇ ਵਾਲੇ ਮੁਲਾਜ਼ਮਾਂ ਦੀ ਕੋਈ ਐਡੀ ਜੁੱਟ ਨਹੀਂ ਹੁੰਦੀ, ਉਹ ਕੰਮ ਨਾ ਕਰਨ। ਸਭ ਨੂੰ ਆਪਣੇ ਬੱਚਿਆਂ ਦੀ ਰੋਟੀ ਪਿਆਰੀ ਹੈ, ਇਹ ਸਖਤ ਹੋਣਾ ਪਊਗਾ ਜੀ। ਜੀ ਬਿਲਕੁਲ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਅਜੀਤ ਸਿੰਘ ਸਰਾਮ ਬੋਲ ਰਿਹਾ ਜੀ। ਜੀ ਹਾਂਜੀ, ਮੈਂ ਇਹ ਗੱਲ ਕਹਿੰਦਾ ਬਈ ਇਹ ਕਿਉਂ ਨਹੀਂ ਕਰਦੇ? ਥਾਣੇਦਾਰ ਆ ਜਿਹੜਾ, ਉਸ ਨੂੰ ਸਾਰੇ ਆਪਦੇ ਥਾਣੇ ਦਾ ਪਤਾ ਹੁੰਦਾ, ਇੱਥੇ ਕੌਣ ਲਿਆਉਂਦਾ ਡਰੱਗ ਤੇ ਕੌਣ ਖਾਂਦਾ, ਕੌਣ ਵੇਚਦਾ। ਬਿਲਕੁਲ। ਹਰ ਇੱਕ ਥਾਣੇਦਾਰ ਦੀ ਡਿਊਟੀ ਲਾਉਣ ਵੀ ਤੁਹਾਡੇ ਏਰੀਆ 'ਚ ਜੋ ਕੁਝ ਹੋ ਗਿਆ, ਕਿਸੇ ਮੁੰਡੇ ਨੇ ਓਵਰ ਡਰੱਗ ਹੋ ਗਿਆ ਤਾਂ ਤੁਹਾਨੂੰ ਜੁਰਮਾਨਾ ਹੋਊਗਾ 50 ਲੱਖ ਦਾ। ਹੋਰ ਨਹੀਂ ਕਿਸੇ ਨੂੰ ਹੋਣਾ। ਥਾਣੇਦਾਰ ਨੂੰ ਜ਼ਿੰਮੇਵਾਰ ਬਣਾਓ ਉਸਦਾ, ਉਸ ਏਰੀਏ ਦਾ, ਵੀ ਤੂੰ ਹਾਂ ਜ਼ਿੰਮੇਵਾਰ। ਇੱਥੇ ਡਰੱਗ ਨਹੀਂ ਹੋਣੀ ਚਾਹੀਦੀ। ਇੱਥੇ ਤਾਂ ਕਹਿੰਦੇ ਘਰੇ ਘਰ ਵਿਕਦੀ ਆ। ਇਹ ਕਿਵੇਂ ਵਿਕਦੀ ਆ? ਇਹ ਥਾਣੇਦਾਰਾਂ ਦੀ, ਪੁਲਿਸ ਦੀ ਸ਼ਹਿ ਦੇ ਨਾਲ ਵਿਕਦੀ ਆ। ਤੇ ਇਹਨਾਂ ਨੂੰ ਜ਼ਿੰਮੇਵਾਰ ਬਣਾਓ, ਉਦੋਂ ਹੀ ਐਕਸ਼ਨ ਲਓ ਥਾਣੇਦਾਰ ਤੇ। ਜੇ ਕਿਤੇ ਮੁੰਡਾ ਓਵਰਡੋਜ਼ ਕਰਦਾ ਜਿੱਥੇ, ਉੱਥੇ ਥਾਣੇਦਾਰ ਨੂੰ ਫੜੋ, ਅੰਦਰ ਕਰੋ, ਉਸ ਨੂੰ ਵਰਦੀ ਲਾ ਦਿਓ ਉਹਦੀ। ਕਿਵੇਂ ਹੋਊਗਾ ਗਾਹਾਂ ਨੂੰ? ਦੇਖੋ, ਕੋਈ ਥਾਣੇਦਾਰ ਕਰੂਗਾ। ਜੇ ਪੁਲਿਸ ਆਏ ਸਖਤ ਹੋਣਗੇ ਤਾਂ 2 ਦਿਨਾਂ ਦੇ ਵਿੱਚ, 1 ਹਫ਼ਤੇ ਦੇ ਅੰਦਰ ਪੂਰੀ ਡਰੱਗ ਬੰਦ ਹੋ ਜੂਗੀ। ਜੀ ਜੀ। ਜੇ ਕਰਨੀ ਹੋਵੇ ਤਾਂ ਇਹ ਅੱਛੇ ਇਹਨਾਂ ਨੂੰ ਸਖਤ ਆਰਡਰ ਦੇਣੇ ਚਾਹੀਦੇ ਆ DC ਨੂੰ, ਬਈ ਇਹ ਤੁਹਾਡੇ ਏਰੀਏ ਹੋਣਾ ਨਹੀਂ ਚਾਹੀਦਾ ਕੁਝ ਵੀ। ਡਰੱਗ ਦਾ ਮਾਮਲਾ ਬਹੁਤ ਵੱਡਾ ਮਾਮਲਾ, ਬੱਚੇ ਮਰ ਰਹੇ ਆ ਔਰ ਇੱਥੇ ਅਜੇ ਵੀ ਡਰੱਗ ਵਿਕ ਰਹੀ ਆ। ਤੇ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਇਸ ਤਰ੍ਹਾਂ ਦੇ ਆਰਡਰ ਨਹੀਂ ਪਾਸ ਕਰਦੀ ਗਵਰਨਮੈਂਟ। ਹਾਂਜੀ ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਕਾਲ ਜਿਹੜੀ ਉਹ ਡ੍ਰੌਪ ਹੋ ਗਈ ਹੈ ਤੇ ਹੁਣ ਆਪਾਂ ਅੰਤ ਦੇ ਵੱਲ ਵਧਾਂਗੇ ਕਿ ਪ੍ਰੋਗਰਾਮ ਨੂੰ ਖਤਮ ਕਰਨ ਦੀ ਵਾਰੀ ਆ ਗਈ ਹੈ। ਤਾਂ ਸਿੱਧੂ ਸਾਹਿਬ, ਸਮਾਂ ਸਾਡੇ ਕੋਲ ਨਹੀਂ ਹੈ, ਪਰ ਮੈਨੂੰ ਲੱਗਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ। ਛੋਟਾ ਜਿਹਾ ਕਮੈਂਟ ਮੈਂ ਜ਼ਰੂਰ ਕਰਨਾ ਚਾਹਾਂਗਾ 2 ਮੁੱਦਿਆਂ ਤੇ। ਇੱਕ ਜਾਂਦੇ ਜਿਸ ਤਰੀਕੇ ਨਾਲ ਕਾਲਰ ਨੇ ਗੱਲ ਕੀਤੀ ਕਿ ਜੋ ਕੇਂਦਰ ਦਾ ਵਰਤਾਰਾ ਹੈਗਾ, ਪਿਛਲੇ ਦਿਨਾਂ 'ਚ ਆਪਾਂ ਇਹ ਗੱਲ ਜ਼ਰੂਰ ਕਹਾਂਗੇ, ਪੰਜਾਬ ਵਿਧਾਨ ਸਭਾ ਦੇ ਅੰਦਰ ਜਿਹੜਾ ਮਤਾ ਪਾਸ ਕੀਤਾ ਗਿਆ ਕੇਂਦਰ ਦੇ ਵਤੀਰੇ ਦੇ ਵਿਰੁੱਧ, ਉਹਨਾਂ ਨੇ ਚੰਡੀਗੜ੍ਹ ਸਿੱਧੇ ਤੌਰ ਤੇ ਆਪਣੇ ਕਬਜ਼ੇ 'ਚ ਲੈ ਲਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆਪਣੇ ਕਬਜ਼ੇ 'ਚ ਲੈ ਲਿਆ। ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣ ਦੀ ਕੋਈ ਗੱਲ ਨਹੀਂ, ਹੋਰ ਕੰਸੈਸ਼ਨ ਦੇਣ ਦੀ ਕੋਈ ਗੱਲ ਨਹੀਂ। ਉਹਦੇ 'ਚ ਇੱਕ ਲਾਈਨ ਕਹਿ ਕੇ ਮੈਂ ਨਵਦੀਪ ਇਸ 'ਤੇ ਆਪਣੇ ਕਮੈਂਟ ਸਮਾਪਤ ਕਰਾਂਗਾ ਕਿ ਭਾਜਪਾ ਦੀ ਭੂਮਿਕਾ ਦੇਖੋ। ਪੰਜਾਬ ਵਿਧਾਨ ਸਭਾ ਦੇ ਅੰਦਰ ਭਾਜਪਾ ਨੇ ਉਸ ਮਤੇ ਦਾ ਵਿਰੋਧ ਕੀਤਾ। ਅਨਫੋਰਚੂਨੇਟ ਹੈ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਭਾਜਪਾ ਕਹਿੰਦੀ ਹੈ ਕਿ ਅਸੀਂ ਨੁਮਾਇੰਦਗੀ ਕਰਨੀ ਹੈ, ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਹੈ। ਮੇਰੇ ਵਰਗੇ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਹੈ ਪੰਜਾਬੀ, ਜਿਹੜਾ ਉਹਨੂੰ ਆਪਣੇ ਸ਼ਾਮਲ ਕਰਨ ਦੀ ਗੱਲ ਆਏ ਦਿਨ ਸਰੋਪੇ ਪਾ ਕੇ ਕਹਿੰਦੇ ਕਿ ਪਾਰਟੀ ਵੱਡੀ ਹੋ ਰਹੀ ਹੈ। ਪਰ ਜਿਸ ਪੰਜਾਬ ਦੀ ਉਹ ਨੁਮਾਇੰਦਗੀ ਚਾਹੁੰਦੇ ਹੈ, ਉਹਦਾ ਕੋਈ ਵੀ ਮੁੱਦਾ ਆਉਂਦਾ ਕਿਉਂ ਉਸ ਮੁੱਦੇ ਦਾ ਵਿਰੋਧ ਕਰਦੇ ਆ? ਚੰਡੀਗੜ੍ਹ ਪੰਜਾਬ ਨੂੰ ਕਿਉਂ ਨਾ ਮਿਲੇ? ਸਮਝ ਨਹੀਂ ਲੱਗਦੀ ਕਿ ਭਾਜਪਾ ਇਸ ਮੁੱਦੇ ਦਾ ਕਿਉਂ ਵਿਰੋਧ ਕਰ ਰਹੀ ਹੈ। ਥੈਂਕ ਯੂ ਵੈਰੀ ਮਚ। ਬਿਲਕੁਲ ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ, ਕਈ ਸਵਾਲ ਕਰਦੇ ਹੋ, ਤਾਂ ਕਈ ਇਨਫੋਰਮੇਸ਼ਨ ਹੈ ਜਿਹੜੀਆਂ ਤੁਹਾਡੇ ਤੋਂ ਵੀ ਮਿਲਦੀਆਂ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ। ਕਈ ਮਸਲੇ ਨੇ ਜਿਹੜੇ ਅੱਜ ਡਿਸਕਸ ਕਰਨ ਕਰਨੀ ਰਹਿ ਗਏ ਨੇ, ਉਹ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਮਿਲਾਂਗੇ ਆਪਾਂ ਕੱਲ ਤੱਕ। ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।